ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਿੱਧੂ ਕੁਲ ਮਹਿ ਜਾਟ ਇੱਕ ਭੁੱਲਰੀਏ ਸੁਭ ਗੋਤ। ਆਦਮ ਜਿਸ ਕੋ ਨਾਮ ਹੈ ਘਰ ਸੰਤਤ ਨਹਿ ਹੋਤ।
ਸਿੱਧੂ ਕੁਲ ਮਹਿ ਜਾਟ ਇੱਕ, ਭੁੱਲਰੀਏ ਸੁਭ ਗੋਤ। ਆਦਮ ਜਿਸ ਕੋ ਨਾਮ ਹੈ, ਕਰ ਸੰਤਤ ਨਹਿ ਹੋਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਨੇਚਲ ਚੌਰ ਛਤਰ ਤਖਤ ਕੇ ਮਾਲਕ, ਦਾਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਜਿਨਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਮਹਾਰਾਜ ਦੀ ਸੰਗਤ ਦੀਆਂ ਘੜੀਆਂ ਦਾ ਆਨੰਦ ਵੱਡੇ ਭਾਗਾਂ ਦੇ ਸਦਕਾ ਪ੍ਰਾਪਤ ਹੋ ਰਿਹਾ। ਵਡਭਾਗੀ ਹਰ ਸੰਗਤ ਪਾਵੈ। ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰਾਂ ਅੰਦਰ ਲੰਬੇਰੇ ਸਮੇਂ ਤੋਂ ਚੱਲ ਰਹੀ ਪਾਵਨ ਪਵਿੱਤਰ ਗੁਰੂ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਇਸ ਮੁਕੱਦਸ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਆਪ ਸਭ ਸੰਗਤਾਂ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਨਿਤਾ ਪ੍ਰਤੀ ਸਤਸੰਗਤ ਦੀਆਂ ਹਾਜ਼ਰੀਆਂ ਭਰ ਕਰਕੇ ਸਰਵਣ ਕਰ ਰਹੇ ਹੋ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਹੈ। ਪਾਵਨ ਪਵਿੱਤਰ ਅੰਮ੍ਰਿਤ ਸਰੋਵਰ, ਜਿਸ ਨੂੰ ਅਸੀਂ ਅੰਮ੍ਰਿਤਸਰ ਸਰੋਵਰ ਦੇ ਨਾਮ ਨਾਲ ਯਾਦ ਕਰਦੇ ਜਾਣਦੇ ਹਾਂ। ਇਸ ਪਾਵਨ ਪਵਿੱਤਰ ਸਰੋਵਰ ਦੀ ਅੰਮ੍ਰਿਤ ਰੂਪ ਸੇਵਾ, ਜਿਸ ਦਾ ਪ੍ਰਸੰਗ ਆਪਾਂ ਸੁਣਿਆ ਪਿਛਲੇ ਦੀਵਾਨਾਂ ਵਿੱਚ, ਬੇਅੰਤ ਸਿੱਖ ਇਸ ਪਾਵਨ ਪਵਿੱਤਰ ਸਰੋਵਰ ਦੀ ਜਿਹੜੀ ਹੈ ਉਹ ਸੇਵਾ ਕਰਨ ਪਹੁੰਚ ਰਹੇ ਹੈ। ਗਰੀਬ ਨਵਾਜ ਨੇ ਹੁਕਮਨਾਮੇ ਭੇਜ ਭੇਜ ਕੇ ਬੇਅੰਤ ਸੰਗਤਾਂ ਇੱਥੇ ਬੁਲਾਈਆਂ। ਹਰ ਸਿੱਖ ਸਾਰੇ ਇੱਥੇ ਸੇਵਾ ਕਰ ਰਹੇ ਹੈ। ਜਿਹੜੇ ਕੋਈ ਸਰੀਰ ਕਰਕੇ ਕਰ ਸਕਦੇ ਹੋ ਸਰੀਰ ਨਾਲ ਕਰਦੇ ਹੈ, ਜਿਹੜੇ ਕੋਈ ਸਰੀਰ ਕਰਕੇ ਨਹੀਂ ਕਰਨ ਜੋਗੇ ਧਣੀ ਹੈ, ਉਹ ਮਾਇਆ ਨਾਲ ਸੇਵਾ ਕਰਦੇ ਹੈ। ਵੀ ਮਨ ਵਿੱਚ ਰੀਝ ਇਹ ਹੈ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀਨਾ ਬੰਧੂ ਸਤਿਗੁਰਾਂ ਦੀ ਖੁਸ਼ੀ ਲੈਣੀ ਹੈ। ਜਿਵੇਂ ਮਿਲੇ ਤੋ ਇਸ ਤਰ੍ਹਾਂ ਸੇਵਾ ਕਰ ਕਰਕੇ ਆਪਣੇ ਵੱਡੇ ਭਾਗ ਜਾਣਦੀਆਂ ਸੰਗਤਾਂ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਵਡਿਆਈ ਜਿਹੜੀ ਹੈ ਸਭ ਪਾਸੇ ਫੈਲ ਰਹੀ ਹੈ। ਸਭ ਸੰਗਤਾਂ ਇਹ ਗੱਲ ਤੋਂ ਜਾਣੂ ਹੈ, ਸਭ ਸੰਸਾਰ ਜਾਣੂ ਹੈ ਕਿ ਜੇ ਮਨ ਵਿੱਚ ਕੋਈ ਇੱਛਾ ਹੈ ਕਿਸੇ ਪ੍ਰਾਪਤੀ ਦੀ, ਤੇ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਜਾ ਕੇ ਸੇਵਾ ਕਰੋ। ਜੋ ਮੰਗਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਛੇਤਰ ਬਣਾਇਆ ਹੋਇਆ।
ਜਗ ਲੱਗਿਆ ਹੋਇਆ, ਦਾਤਾਂ ਦਾ ਲੰਗਰ ਲੱਗਿਆ ਹੋਇਆ, ਭੁਗਤੀਆਂ ਮੁਗਤੀਆਂ ਜੁਗਤੀਆਂ ਸਭ ਸੱਚੇ ਪਾਤਸ਼ਾਹ ਜੀ ਦੋ ਦੋ ਹੱਥੀ ਵਰਤਾ ਰਹੇ ਹਨ। ਇਸ ਤਰ੍ਹਾਂ ਸੁਣ ਸੁਣ ਕੇ ਮਹਿਮਾ ਸਤਿਗੁਰਾਂ ਦੀ ਬੇਅੰਤ ਸਿੱਖ ਸੰਗਤਾਂ ਹੋਰ ਵੀ ਆਸੋ ਪਾਸੋਂ ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਪ੍ਰਾਣੀ ਮਾਤਰ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਵਾਸਤੇ ਤਤਪਰ ਹਨ, ਖੁਸ਼ੀ ਖੁਸ਼ੀ ਪਹੁੰਚ ਰਹੇ ਹੈ ਤੇ ਮਨ ਇੱਛਕ ਪਦਾਰਥਾਂ ਦੀ ਪ੍ਰਾਪਤੀ ਕਰਦੇ ਹੈ। ਕਵੀ ਸੰਤੋਖ ਸਿੰਘ ਸਾਹਿਬ ਜੀ ਫਿਰ ਦੱਸਦੇ ਆ ਵੀ ਕਿਹੜੇ ਕਿਹੜੇ ਸਿੱਖ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਰਹਿਣ ਵਾਲੇ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ। ਉਹਨਾਂ ਦੇ ਨਾਮ ਜਿਵੇਂ ਭਾਈ ਪੂਰੀਆ, ਝੂੜ ਚੌਧਰੀ, ਭਾਈ ਪੈੜਾ ਜੀ, ਕਿਸ਼ਨਾ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਮੰਝ ਜੀ, ਭਾਈ ਪ੍ਰਾਣਾ ਜੀ, ਇਸ ਤੋਂ ਬਾਅਦ ਭਾਈ ਕੇਦਾਰਾ ਗੋਂਦਾ, ਬੇਅੰਤ ਸਿੱਖ ਸੰਗਤਾਂ ਸੇਵਕ ਹੋਏ ਹੈ ਜਿਨ੍ਹਾਂ ਨੇ ਹਜ਼ੂਰ ਦੇ ਚਰਨੀ ਰਹਿ ਕੇ ਬੜੀ ਸੇਵਾ ਕੀਤੀ। ਉਹਨਾਂ ਦਾ ਪ੍ਰਸੰਗ ਕਵੀ ਜੀ ਕਹਿੰਦੇ ਫਿਰ ਅਸੀਂ ਹੁਣ ਤੁਹਾਨੂੰ ਦੱਸ ਰਹੇ ਹਾਂ, ਕਿਉਂਕਿ ਸਰੋਤਿਆਂ ਬੇਨਤੀ ਕੀਤੀ ਇਹ ਸਾਰਾ ਇਤਿਹਾਸ ਬਾਬਾ ਰਾਮ ਕੌਰ ਜੀ ਦੇ ਮੁਖੋਂ ਕਵੀ ਜੀ ਕਹਾ ਰਹੇ ਹੈ। ਤੇ ਸਰੋਤਿਆਂ ਆਖਿਆ ਬਾਬਾ ਰਾਮ ਕੌਰ ਜੀ ਵੀ ਕੱਲੇ ਕੱਲੇ ਸਿੱਖ ਦੀ ਪੂਰੀ ਪੂਰੀ ਕਥਾ ਦੱਸੋ, ਉਹਦਾ ਜੀਵਨ ਕੈਸਾ ਸੀ, ਕਿਵੇਂ ਸਿੱਖ ਬਣਿਆ, ਸਿੱਖੀ ਵਿੱਚ ਕਿੰਨੀ ਕਮਾਈ ਕੀਤੀ, ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਪਾਸੋਂ ਕਿਵੇਂ ਦਾਤਾਂ ਵਰਦਾਨ ਪ੍ਰਾਪਤ ਕੀਤੇ, ਕਿਵੇਂ ਮਹਾਰਾਜ ਦੀਆਂ ਖੁਸ਼ੀਆਂ ਲਈਆਂ, ਇਹ ਪੂਰੀ ਪੂਰੀ ਕਥਾ ਕੱਲੇ ਕੱਲੇ ਸਿੱਖ ਦਾ ਪ੍ਰਸੰਗ ਦੱਸੋ। ਤੇ ਫਿਰ ਬਾਬਾ ਰਾਮ ਕੌਰ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਭਾਈ ਸਭ ਤੋਂ ਵੱਡੇ ਸਿੱਖ ਹੋਏ ਆ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਸਭ ਤੋਂ ਲੰਮਾ ਸਮਾਂ ਜਿਨ੍ਹਾਂ ਸੇਵਾ ਕੀਤੀ ਉਹਨਾਂ ਦਾ ਪ੍ਰਸੰਗ ਅਸੀਂ ਪਿੱਛੇ ਕਹਿ ਆਏ ਹਾਂ। ਕੁਝ ਜਿਹੜਾ ਪ੍ਰਸੰਗ ਵਿੱਚ ਅੱਗੇ ਆਵੇਗਾ। ਉਸ ਤੋਂ ਬਾਅਦ ਇੱਕ ਭਾਈ ਭਗਤੂ ਜੀ ਮਾਲਵੇ ਦੀ ਸਿੱਖੀ ਦਾ ਥੰਮ ਹੋਏ ਹੈ, ਜਿਸ ਕਰਕੇ ਹੁਣ ਬਾਬਾ ਬੁੱਢਾ ਸਾਹਿਬ ਦੀ ਕਥਾ ਜਿਹੜੀ ਪਿਛਲੇ ਪ੍ਰਸੰਗਾਂ ਵਿੱਚ ਕਹਿ ਦਿੱਤੀ ਹੈ, ਭਾਈ ਭਗਤੂ ਜੀ ਦੀ ਕਥਾ ਸੁਣੋ। ਭਾਈ ਭਗਤੂ ਜੀ ਦੀ ਕਥਾ ਹੁਣ ਕਵੀ ਜੀ ਆਰੰਭ ਕਰਦੇ ਹੈ। ਦੂਸਰੀ ਰਾਸ ਹੈ ਔਰ 41 ਅੰਸੂ ਹੈ। ਉਹ ਸਾਰੀ ਕਥਾ ਭਾਈ ਭਗਤੂ ਜੀ ਦੀ ਜਿਵੇਂ ਆਰੰਭ ਹੁੰਦੀ, ਕਿਵੇਂ ਭਾਈ ਭਗਤੂ ਜੀ ਦਾ ਜਨਮ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਨਾਲ ਹੋਇਆ, ਉਹ ਸਾਰਾ ਪ੍ਰਸੰਗ ਆ ਰਹੇ ਆ। ਭਾਈ ਸ਼ਰਵਣ ਕਰੀਏ। ਮਨ ਚਿਤ ਬਿਰਤੀ ਇਕਾਗਰ ਕਰੋ ਜੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਨੂੰ ਹਿਰਦੇ ਵਸਾਓ, ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਧੂ ਕੁਲ ਮਹਿ ਜਾਟ ਇੱਕ। ਤੋ ਕਵੀ ਜੀ ਉਹ ਪ੍ਰਸੰਗ ਦੱਸਦੇ ਵੀ ਬਾਬਾ ਜਾਂ ਭਾਈ ਭਗਤੂ ਜੀ ਇਹਨਾਂ ਦੀ ਬਾਬਤ ਕਥਾ ਸੁਣੋ ਜੀ। ਕਹਿੰਦੇ ਇੱਕ ਸਿੱਧੂਆਂ ਦੀ ਕੁਲ ਹੈ ਜਿਹਦੇ ਵਿੱਚ ਜੱਟ ਜ਼ਿਮੀਂਦਾਰ ਸਿੱਧੂਆਂ ਦੀ ਕੁਲ ਦੇ ਅੰਦਰ ਭੁੱਲਰੀਏ ਸੁਭ ਗੋਤ। ਸ਼੍ਰੇਸ਼ਟ ਗੋਤ ਭੁੱਲਰ ਜਾਂ ਭੁੱਲਰੀਏ, ਇਹ ਗੋਤ ਜਿਹੜਾ ਸਿੱਧੂ ਕੁਲ ਵਿੱਚ ਭੁੱਲਰੀਏ ਗੋਤ ਹੈ। ਆਦਮ ਜਿਸ ਕੋ ਨਾਮ ਹੈ। ਤੇ ਇਹਨਾਂ ਦੇ ਵਿੱਚ ਭਾਵੇਂ ਇਸ ਕੁਲ ਦੇ ਵਿੱਚ ਇੱਕ ਮਨੁੱਖ ਹੈ ਜਿਹਦਾ ਨਾਮ ਆਦਮ ਹੈ। ਕਰ ਸੰਤਤ ਨਹਿ ਹੋਤ। ਤੇ ਪਰ ਕਿਸੇ ਕਰਮ ਹੈ ਇਹਦਾ ਬਾਬਾ ਆਦਮ ਜੀ ਦਾ, ਇਹਦੇ ਘਰ ਵਿੱਚ ਕੋਈ ਸੰਤਾਨ ਨਹੀਂ ਹੈ, ਔਲਾਦ ਨਹੀਂ ਹੈ। ਆਦ ਸਵਈਆ ਆਦਮ ਨਾਮ ਪਇਓ ਤਿਸ ਬੰਸ ਮੈਂ। ਹਾਂ, ਇਸੇ ਵੰਸ਼ ਦੇ ਵਿੱਚ ਆਦਮ ਜਿਹੜਾ ਹੈ ਉਹ ਆਦਮ ਨਾਮ ਦਾ ਇਹ ਮਨੁੱਖ ਜਿਹੜਾ ਹੈ ਉਹ ਹੋਇਆ ਹੈ। ਤੋ ਇਸ ਤਰ੍ਹਾਂ ਕਵੀ ਜੀ ਉਹ ਦੱਸ ਰਹੇ ਆ ਵੀ ਬਾਬਾ ਆਦਮ ਜੀ ਜਿਨ੍ਹਾਂ ਦੇ ਘਰੇ ਭਾਈ ਭਗਤੂ ਜੀ ਨੇ ਜਨਮ ਲਿਆ ਬਾਅਦ ਵਿੱਚ,
ਤੋ ਇਸ ਕਰਕੇ ਬਾਬਾ ਆਦਮ ਜੀ ਤੋਂ ਕਥਾ ਆਰੰਭ ਕੀਤੀ ਹੈ ਕਿ ਇਹ ਜਿਹੜਾ ਹੈ ਬਾਬਾ ਆਦਮ ਜੀ, ਇਹਨਾਂ ਦੇ ਘਰੇ ਕੋਈ ਔਲਾਦ ਨਹੀਂ ਹੈ ਕਾਰ ਕਰੈ ਕ੍ਰਿਸ਼ ਭਾਗ ਬਿਲੰਦਾ। ਤੇ ਇਹ ਵੱਡੇ ਭਾਗਾਂ ਵਾਲਾ ਬਾਬਾ ਆਦਮ ਖੇਤੀਬਾੜੀ ਦਾ ਕੰਮ ਕਰਦਾ ਹੈ, ਬਾਈ ਜੱਟ ਜ਼ਿਮੀਂਦਾਰੇ ਦਾ ਕੰਮ ਕਰਦਾ ਹੈ ਨੰਦਨ ਹੋਵਨ ਕੋ ਚਿਤਵੈ ਬਹਾ। ਤੇ ਘਰ ਵਿੱਚ ਔਲਾਦ ਕੋਈ ਨਹੀਂ ਹੈ, ਮਨ ਵਿੱਚ ਇੱਛਾ ਬੜੀ ਚਿਤਵਣੀ ਲੱਗੀ ਰਹਿੰਦੀ, ਚਿੰਤਾ ਹੈ ਵੀ ਮੇਰੇ ਵੀ ਘਰ ਵਿੱਚ ਕੋਈ ਪੁੱਤਰ ਹੋਵੇਗਾ। ਕਾਲ ਬਿਤਾਵਤ ਚਿੰਤ ਅਮੰਦਾ। ਤੇ ਬਹੁਤ ਹੀ ਚਿੰਤਾ ਦੇ ਵਿੱਚ ਰਹਿੰਦਾ ਹੋਇਆ ਬਾਬਾ ਆਦਮ ਜਿਹੜਾ ਹੈ ਉਹ ਤੀਬਰ ਚਿੰਤਾ ਦੇ ਵਿੱਚ ਆਪਣਾ ਸਮਾਂ ਬਤੀਤ ਕਰਦਾ। ਜਿਹੜਾ ਝੱਟ ਲੰਘਦਾ ਹੈ, ਔਲਾਦ ਦੀ ਪ੍ਰਾਪਤੀ, ਔਲਾਦ ਦੀ ਖਿੱਚ ਵਿੱਚ, ਨਾ ਔਲਾਦ ਹੋਣ ਦੀ ਚਿੰਤਾ ਵਿੱਚ ਲੰਘਦਾ ਹੈ। ਬੀਤ ਗਏ ਬਹੁ ਸੰਮਤ ਯਾ ਬਿਧ। ਤੇ ਇਸ ਤਰ੍ਹਾਂ ਵਿਚਾਰੇ ਨੂੰ ਔਲਾਦ ਦੀ ਇੱਛਾ ਰੱਖਦਿਆਂ ਹੋਇਆਂ ਵੀ ਕਦੇ ਪੁੱਤਰ ਹੋਵੇਗਾ, ਤੇ ਬੜੇ ਵਰੇ ਲੰਘ ਗਏ ਆ, ਕਈ ਸਾਲ ਬਤੀਤ ਹੋ ਗਏ ਹਨ, ਸੰਤਤ ਨਾਹੀ ਪਈ ਸੁਖ ਕੰਦਾ। ਪਰ ਫੇਰ ਵੀ ਸੁਖ ਦੇਣ ਵਾਲਾ ਕੋਈ ਪੁੱਤਰ ਬਾਬਾ ਆਦਮ ਦੇ ਘਰ ਵਿੱਚ ਪੈਦਾ ਨਹੀਂ ਹੋਇਆ ਹੈ। ਪੀਰ ਵਿਸ਼ਾਲ ਫਕੀਰ ਨ ਜਾਲ। ਤੇ ਹੁਣ ਪੁੱਤਰ ਨਹੀਂ ਹੈ ਤੇ ਪ੍ਰਾਪਤੀ ਵਾਸਤੇ ਜਿਵੇਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਜਿੱਥੇ ਵੀ ਕੋਈ ਦੱਸ ਪਾਉਂਦਾ ਸੀ ਕਿ ਫਲਾਣੇ ਪੀਰ ਕੋਲ ਜਾਓ ਜੀ, ਫਲਾਣੇ ਕੋਈ ਫਕੀਰ ਕੋਲ ਚਲੇ ਜਾਓ, ਪੀਰਾਂ ਫਕੀਰਾਂ ਸਾਰਿਆਂ ਦੇ ਪਾਸ ਵਿਚਾਰਾ ਪਹੁੰਚ ਕੇ ਚੌਂਕੀਆਂ ਭਰਦਾ, ਮੱਥੇ ਟੇਕਦਾ, ਨੱਕ ਰਗੜਦਾ ਹੈ। ਰਹਿਓ ਸਭ ਸੇਵਤ ਪਾਵ ਸੁਬਰਿੰਦਾ। ਤੇ ਸਾਰਿਆਂ ਨੂੰ ਉਹਨਾਂ ਦੀ ਸੇਵਾ ਕਰਦਾ ਜਾ ਕੇ ਵਿਚਾਰਾ, ਜਿਵੇਂ ਕੋਈ ਦੱਸਦਾ ਹੈ ਪੀਰਾਂ ਫਕੀਰਾਂ ਦੀ, ਕੋਈ ਟੂਣੇ ਢਾਲੇ ਕਰਨ ਵਾਲੇ, ਜਿੰਨੇ ਤੰਤਰ ਮੰਤਰ ਵਿਦਿਆ ਵਾਲੇ, ਸਾਰਿਆਂ ਦੀ ਸੇਵਾ ਪਹੁੰਚ ਕੇ ਕਰਦਾ ਵੀ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਤੋਂ ਪੁੱਤਰ ਦੀ ਪ੍ਰਾਪਤੀ ਹੋ ਜਾਵੇ। ਚੌਪਈ ਸੇਵਾ ਕਰਤ ਰਹਿਓ ਚਿਰਕਾਲਾ। ਤੇ ਇਸ ਤਰ੍ਹਾਂ ਸੇਵਾ ਕਰਦਿਆਂ ਨੂੰ ਕਵੀ ਜੀ ਕਹਿੰਦੇ ਕਈ ਸਾਲ ਜਿਹੜੇ ਲੰਘ ਗਏ ਆ, ਭਾਵ ਬਾਬੇ ਆਦਮ ਨੂੰ ਸੇਵਾ ਕਿਹਨਾਂ ਦੀ ਕਰਦਾ, ਪੀਰਾਂ ਫਕੀਰਾਂ ਮੜੀਆਂ ਮਸਾਣਿਆਂ ਦੀ, ਤੰਤਰ ਮੰਤਰ ਵਿਦਿਆ ਪੜ੍ਹਨ ਵਾਲਿਆਂ ਦੀ ਸੇਵਾ ਕਰਦਿਆਂ ਕਈ ਵਰੇ ਬਤੀਤ ਹੋ ਗਏ ਐ। ਸੰਤਤ ਕੀ ਅਭਿਲਾਖ ਵਿਸ਼ਾਲਾ। ਤੇ ਪੁੱਤਰ ਪ੍ਰਾਪਤੀ ਦੀ ਇੱਛਾ ਬੜੀ ਮਨ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮੇਰੇ ਘਰ ਵਿੱਚ ਵੀ ਜਿਹੜਾ ਪੁੱਤਰ ਉਹ ਪੈਦਾ ਹੋਵੇ। ਕਿਹਤੇ ਪ੍ਰਾਪਤ ਭਈ ਸੋ ਨਾਹੀ। ਤੇ ਕਿਸੇ ਤਰ੍ਹਾਂ ਵੀ ਇਹਦੇ ਘਰ ਪੁੱਤਰ ਨਾ ਪੈਦਾ ਹੋਇਆ, ਵੀ ਬਥੇਰੇ ਵਿਚਾਰੇ ਨੇ ਚਾਰੇ ਮਾਰੇ ਐ, ਜਿੱਥੇ ਕੋਈ ਦੱਸ ਪਾਉਂਦਾ ਉੱਥੇ ਵੀ ਪਹੁੰਚਿਆ, ਪਰ ਘਰ ਵਿੱਚ ਔਲਾਦ ਕੋਈ ਨਾ ਹੋਈ। ਚਿੰਤਾ ਚਿਤਵਤ ਬਹੁ ਚਿਤ ਮਾਹੀ। ਤੇ ਨਾ ਹੋਈ, ਹੁਣ ਆਪ ਬੁੱਢਾ ਹੋਈ ਜਾਂਦਾ ਦੋਵੇਂ ਜਣੇ ਜੀ। ਤੇ ਇਸ ਤਰ੍ਹਾਂ ਫਿਰ ਮਨ ਵਿੱਚ ਚਿੰਤਾ, ਜਿਵੇਂ ਉਮਰ ਵੱਡੀ ਹੋਈ ਜਾਂਦੀ ਹੈ ਤੇ ਪੁੱਤਰ ਹੋਣ ਦੀ ਆਸ ਘਟਦੀ ਜਾਂਦੀ ਹੈ ਤੇ ਚਿੰਤਾ ਵੱਧਦੀ ਜਾਂਦੀ ਹੈ। ਕੋ ਇੱਕ ਮਿਲਿਓ ਸਿੱਖ ਜਬ ਗੁਰ ਕੋ। ਇਸ ਤਰ੍ਹਾਂ ਚਲੋ ਸਮਾਂ ਬੀਤਿਆ ਤੇ ਇੱਕ ਦਿਨ ਇਹ ਬਾਬੇ ਆਦਮ ਨੂੰ ਕੋਈ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਿੱਖ ਮਿਲਿਆ ਹੈ। ਤਿਹ ਸੋ ਕਹਿਓ ਮਨੋਰਥ ਉਰ ਕੋ। ਤੇ ਇਹ ਜਿਹੜਾ ਹੈ ਬਾਬਾ ਆਦਮ, ਇਹਨੇ ਆਪਦੀ ਮਨ ਦੀ ਸਾਰੀ ਗੱਲ ਦੱਸੀ ਵੀ ਸਾਰਾ ਕੁਝ ਹੈ ਘਰ ਵਿੱਚ ਤੇ ਕੋਈ ਔਲਾਦ ਨਹੀਂ ਹੈ, ਔਲਾਦ ਦੇ ਨਾ ਹੋਣ ਕਰਕੇ ਮਨ ਵਿੱਚ ਚਿੰਤਾ ਰਹਿੰਦੀ ਹੈ। ਇਸ ਤਰ੍ਹਾਂ ਦੀ ਸਾਰੀ ਗੱਲ ਜਿਹੜੀ ਬਾਬਾ ਆਦਮ ਨੇ ਦੱਸੀ ਸਿੱਖ ਨੂੰ, ਇਹ ਸਾਖੀ ਸਾਧ ਸੰਗਤ ਉਦੋਂ ਦੀ ਹੈ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਿਆਈ ਤੇ ਸੁਭਾਏਮਨ ਸਨ। ਲੇਖ ਕਵੀ ਜੀ ਤਾਂ ਰਹੇ ਕਿਉਂਕਿ ਭਾਈ ਭਗਤੂ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੇ ਸਿੱਖ ਹੋਏ ਹੈ। ਇਹ ਬਾਬਾ ਆਦਮ ਜੀ ਜਿਹੜੇ ਹੈ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਹੋਏ ਹੈ। ਤੋ ਸੱਚੇ ਪਾਤਸ਼ਾਹ ਦਾ ਕੋਈ ਸਿੱਖ ਮਿਲਿਆ ਤੇ ਬਾਬੇ ਆਦਮ ਨੇ ਸਾਰੀ ਮਨ ਦੀ ਚਿੰਤਾ ਉਸ ਸਿੱਖ ਨੂੰ ਦੱਸੀ ਹੈ। ਨੀਕੇ ਕੀਨੇ ਅਨੇਕ ਉਪਾਏ। ਦੱਸਿਆ ਕਿ ਭਾਈ ਗੁਰਸਿੱਖਾ ਬੜੇ ਉਪਾਅ ਕੀਤੇ ਐ, ਬੜੇ ਜਿਹੜੇ ਵਛਲੇ ਕੱਢੇ, ਜੋ ਵੀ ਕੋਈ ਦੱਸਦਾ, ਟੂਣੇ ਢਾਲੇ ਤੰਤਰ ਮੰਤਰ ਜੋ ਵੀ ਕੋਈ ਦੱਸਦਾ ਹੈ, ਮੈਂ ਸਾਰੇ ਹੀ ਹੱਲ ਕੀਤੇ ਐ, ਬੜੀ ਉਦਮ ਕੀਤੇ ਐ। ਪ੍ਰਾਪਤ ਪੁੱਤਰ ਨਾ ਮੁਝ ਕਿਸ ਥਾਏ। ਪਰ ਕਿਸੇ ਵੀ ਪਾਸੋਂ ਮੈਨੂੰ ਪੁੱਤਰ ਦੀ ਪ੍ਰਾਪਤੀ ਹੁਣ ਤੀਕਰ ਹੋਈ ਨਹੀਂ ਹੈ। ਸੁਣ ਕੈ ਸਿੱਖ ਕੀਨ ਉਪਦੇਸ਼। ਇਹ ਬਾਬੇ ਬੁੱਢੇ ਬਜ਼ੁਰਗ ਤੋਂ
ਬਾਬੇ ਆਦਮ ਤੋਂ ਸੁਣਿਆ ਕਿਸੇ ਸਿੱਖ ਨੇ, ਤੇ ਫਿਰ ਸਿੱਖ ਬੋਲਿਆ ਹੈ। ਮਨ ਮੇਰੋ ਕਹਿਓ ਅਸ਼ੇਸ਼। ਸਿੱਖ ਕਹਿੰਦਾ ਭਈ ਗੱਲ ਸੁਣ ਬਜ਼ੁਰਗੋ, ਮੇਰਾ ਕਹਿਣਾ ਮੰਨੋ। ਭਾਵ ਵਿਸ਼ੇਸ਼ ਕਰਕੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੇ ਆਪ ਮੇਰਾ ਪੂਰੀ ਤਰ੍ਹਾਂ ਕਹਿਣਾ ਜੇ ਮੰਨੋਗੇ। ਸ਼੍ਰੀ ਨਾਨਕ ਪੇ ਜਗਤ ਅਵਤਾਰੋ। ਵੀ ਗੱਲ ਐ ਆ ਵੀ ਜੇ ਪੁੱਤਰ ਦੀ ਪ੍ਰਾਪਤੀ ਹੈ, ਇੱਛਾ ਨਾ ਮਨ ਵਿੱਚ ਪੁੱਤਰ ਲੈਣਾ ਹੈ, ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਅਵਤਾਰ ਹੋਏ ਹਨ। ਨਿਰੰਕਾਰ ਕੇ ਬਨੇ ਆਕਾਰ। ਉਹ ਨਿਰੰਕਾਰ ਭਾਵ ਪਰਮੇਸ਼ਰ ਨਿਰਗੁਣ ਦਾ ਸਰਗੁਣ ਸਰੂਪ ਬਣੇ ਹੋਏ ਹੈ। ਨਿਰੰਕਾਰ ਪਰਮੇਸ਼ਰ ਉਹਦਾ ਸਰਗੁਣ ਸਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਹੋਏ ਹਨ। ਤਿਨ ਪਿਛੈ ਗੁਰ ਅੰਗਦ ਭਇਓ। ਤੇ ਉਹਨਾਂ ਤੋਂ ਬਾਅਦ ਫਿਰ ਦੂਸਰੇ ਥਾਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਏ ਆ। ਅਮਰਦਾਸ ਪੁਨ ਤਿਸ ਥਲ ਥਇਓ। ਤੇ ਉਹਨਾਂ ਦੀ ਥਾਵੇਂ ਫਿਰ ਤੀਸਰੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਿਆਈ ਤੇ ਬੈਠੇ ਆ। ਤੀਨਾ ਪਾਤਸ਼ਾਹ ਤੇ ਪਾਸੇ। ਤੇ ਜਦੋਂ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚਖੰਡ ਗਏ ਆ, ਉਹਨਾਂ ਤੋਂ ਪਿਛਲੇ ਭਾਵ ਉਹਨਾਂ ਤੋਂ ਬਾਅਦ ਵਿੱਚ ਗੁਰਿਆਈ ਜਿਹੜਾ ਸਿੰਘਾਸਣ ਹੈ, ਚਤੁਰਥ ਗੁਰੂ ਭਏ ਅਬ ਆਛੇ। ਉਹ ਜਿਹੜਾ ਸਿੰਘਾਸਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਪ੍ਰਾਪਤ ਹੋਇਆ। ਹੁਣ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਜੇ ਸਿੰਘਾਸਣ ਤੇ ਗੁਰੂ ਥਿਰੇ ਹਨ, ਟਿਕੇ ਹਨ। ਸਤਿਗੁਰ ਰਾਮਦਾਸ ਜਿਨ ਨਾਮ। ਜਿਨ੍ਹਾਂ ਦਾ ਨਾਮ ਬਾਬਾ ਜੀ ਧੰਨ 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 ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੈ। ਪੂਰਨ ਕਰਹਿ ਸੰਪੂਰਨ ਕਾਮ। ਤੇ ਉਹ ਇਹੋ ਜਿਹੇ ਸੱਚੇ ਪਾਤਸ਼ਾਹ ਜੀ ਦੀਨਾ ਬੰਧੂ ਜਗ ਦਾਤੇ ਹੈ। ਜਿਹੜਾ ਵੀ ਮਨ ਵਿੱਚ ਇੱਛਾ ਲੈ ਕੇ ਉਹਨਾਂ ਪਾਸ ਜਾਂਦਾ ਹੈ, ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਆ। ਮਨ ਦੀਆਂ ਜਿਹੜੀਆਂ ਕਾਮਨਾਵਾਂ ਨੂੰ ਫਲ ਲਾਉਣ ਵਾਲੇ, ਭਾਗ ਲਾਉਣ ਵਾਲੇ ਆ। ਕਰ ਸੇਵਾ ਤਿਨ ਕੀ ਅਬ ਜਾਏ। ਤੇ ਮੈਂ ਤਾਂ ਕਹਿੰਦਾ, ਹੈ ਬਾਬਾ ਆਦਮ, ਜੇ ਪੁੱਤਰ ਦੀ ਦਾਤ ਲੈਣੀ ਆ ਨਾ, ਤੇ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਕਰਿਆ ਕਰ। ਪੁੱਤਰ ਕਾਮਨਾ ਤਹਿ ਤੇ ਪਾਏ। ਕਿਉਂਕਿ ਹੋਰ ਨਹੀਂ ਕਿਸੇ ਵਿੱਚ ਸਮਰੱਥਾ ਕਰਮ ਨੂੰ ਟਾਲ ਸਕੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰੱਥ ਹਨ ਦੀਨਾ ਬੰਧੂ। ਇਥੋਂ ਤੇਰੀ ਇੱਛਾ ਪੂਰੀ ਹੋ ਜਾਵੇਗੀ। ਆਦਮ ਜਾਟ ਬਾਤ ਸਿੱਖ ਸੁਨ ਕੈ। ਤੇ ਇਹ ਸਿੱਖ ਤੋਂ ਸੁਣੀ ਗੱਲ ਏ ਜੱਟ ਨੇ, ਬਾਬੇ ਆਦਮ ਨੇ ਸੁਣ ਕਰਕੇ ਗੱਲ ਸਿੱਖ ਦੀ। ਬ੍ਰਿਧ ਅਵਸਥਾ ਆਪਣੀ ਗੁਣ ਕੈ। ਤੇ ਫਿਰ ਮਨ ਚ ਵਿਚਾਰਿਆ ਵੀ ਗੁਰੂ ਰਾਮਦਾਸ ਜੀ ਕੀ ਕਰਨਗੇ। ਹੁਣ ਮੈਂ ਉਮਰ ਹੀ ਮੇਰੀ ਬਿਰਧ ਆ, ਭਾਵ ਹੁਣ ਮੈਂ ਤਾਂ ਚੜ੍ਹਾਈ ਕਰਨ ਵਾਲਾ। 70 ਵਰੇ ਮੇਰੀ ਉਮਰ ਹੋ ਚੁੱਕੀ ਹੈ। ਸ਼ੁਸ਼ਕ ਬ੍ਰਿਖ ਕੇ ਫਲ ਹੋਏ ਕੈਸੇ। ਤੇ ਸਿੱਖ ਜਿਹੜਾ ਨਾ ਉਹਨੂੰ ਕਹਿੰਦਾ ਹੈ ਕਿ ਸਿੱਖਾ ਵੀ ਸੁੱਕੇ ਬ੍ਰਿਛ ਨੂੰ ਫਲ ਨਹੀਂ ਲੱਗਦੇ ਹੁੰਦੇ, ਕਦੇ ਸੁੱਕੇ ਰੁੱਖਾਂ ਨੂੰ ਵੀ ਫਲ ਲੱਗੇ ਆ। ਸੰਸੈ ਹੋਤ ਵਿਚਾਰਤ ਐਸੇ। ਤੇ ਇਸ ਤਰ੍ਹਾਂ ਵਿਚਾਰ ਜੀ ਕਰਦਾ, ਤੇ ਸੰਸੇ ਵਿੱਚ ਬਾਬਾ ਆਦਮ ਪਿਆ ਹੋਇਆ ਹੈ। ਚਿਤਵਤ ਚਿੰਤ ਪੁਨ ਹੈ ਚਿਤ ਠਾਨੀ। ਤੇ ਸਿੱਖ ਦੀ ਗੱਲ ਸੁਣ ਕੇ ਮਨ ਵਿੱਚ ਚਿੰਤਾ ਜੀ ਕਰਦਾ, ਤੇ ਬਾਅਦ ਵਿੱਚ ਮਨ ਵਿੱਚ ਨਾ ਇਸ ਤਰ੍ਹਾਂ ਇਹਦੇ ਵਿਚਾਰ ਇਹ ਵੀ ਆਇਆ ਹੈ, ਜੇ ਕਰੇ ਹਾਂ ਗੁਰ ਸੇਵ ਮਹਾਨੀ। ਫਿਰ ਮਨ 'ਚ ਸੋਚਿਆ ਵੀ ਮਣਾ ਵੀ ਚਲੋ ਮਹਾਨ ਗੁਰੂ ਹੈ ਗੁਰੂ ਰਾਮਦਾਸ, ਜਿਨ੍ਹਾਂ ਦੀ ਸੋਭਾ ਬੜੀ ਸੁਣੀ ਹੈ, ਵੀ ਚਲੋ ਮੰਨ ਲਓ ਉਹਨਾਂ ਦੀ ਸੇਵਾ ਕਰੀਏ, ਪੁੱਤਰ ਨਾ ਵੀ ਮਿਲੇਗਾ, ਪਰ ਸੇਵਾ ਤਾਂ ਸੱਚੇ ਪਾਤਸ਼ਾਹ ਜੀ ਦੀ ਹੋ ਜਾਵੇਗੀ। ਹੋਏ ਜੇ ਨਹੀਂ ਪੁੱਤਰ ਅਬ ਮੇਰੇ। ਵੀ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਮਹਾਨ ਹੈ, ਜੇ ਪੁੱਤਰ ਨਾ ਵੀ ਮੈਨੂੰ ਸੇਵਾ ਕਰਨ ਤੋਂ ਬਾਅਦ ਪੁੱਤਰ ਨਾ ਵੀ ਮਿਲੇਗਾ, ਪਾਵਾਂਗਤ ਪਰਲੋਕ ਅਛੇਰੇ। ਵੀ ਚਲੋ ਪਰਲੋਕ ਤਾਂ ਸਫਲਾ ਹੋਵੇਗਾ ਨਾ ਸੇਵਾ ਕਰਕੇ, ਵੀ ਚਲੋ ਅੱਗੇ ਤਾਂ ਸੁੱਖ ਮਿਲੇਗਾ। ਹੁਣ ਪੁੱਤਰ ਨਾ ਵੀ ਮਿਲੇਗਾ ਸੇਵਾ ਕਰਕੇ, ਭਾਵ ਮੈਂ ਬੁੱਢਾ ਹੋ ਚੁੱਕਾ, ਬਿਰਧ ਉਮਰ ਆ ਮੇਰੀ, ਜੇ ਹੁਣ ਪੁੱਤਰ ਨਾ ਮਿਲਿਆ ਤੇ ਅਗਾਂਹ ਪਰਲੋਕ ਤਾਂ ਸੌਖਾ ਕਰੀਏ ਸੇਵਾ ਕਰਕੇ, ਪਰਲੋਕ ਵਿੱਚ ਤਾਂ ਸੁੱਖ ਮਿਲ ਜਾਵੇਗਾ। ਇਮ ਮਨ ਠਾਨ ਸੰਗ ਲੈ ਦਾਰਾ। ਤੇ ਇਸ ਤਰ੍ਹਾਂ ਮਨ ਵਿੱਚ ਨਾ ਵਿਚਾਰ ਕੀਤੀ ਬਾਬੇ ਆਦਮ ਨੇ, ਤੇ ਘਰ ਪਹੁੰਚਿਆ, ਆਪਦੀ ਪਤਨੀ ਨੂੰ ਨਾਲ ਲੈ ਲਿਆ ਹੈ। ਗੁਰ ਕੀ ਸੇਵਾ ਹੇਤ ਪਧਾਰਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਕਰਨ ਵਾਸਤੇ ਪਹੁੰਚਿਆ ਹੈ। ਕਰੀ ਦੂਰ ਤੇ ਬੰਧਨ ਜਾਏ। ਗੁਰੂ ਰਾਮਦਾਸ ਮਹਾਰਾਜ ਜੀ ਉਦੋਂ ਗੋਇੰਦਵਾਲ ਸਾਹਿਬ ਰਿਹਾ ਕਰਦੇ ਸੀ, ਤੇ ਦੂਰੋਂ ਜਾ ਕੇ ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਨੂੰ ਨਮਸਕਾਰ ਕੀਤੀ, ਭਾਵ ਲਾਗੇ ਨਹੀਂ ਗਿਆ,
ਦੂਰੋਂ ਖੜ ਕੇ ਹੀ ਮੱਥਾ ਟੇਕ ਦਿੱਤਾ ਹੈ। ਸੰਗਤ ਵਿਖੈ ਰਹਿਓ ਕਰ ਥਾਏ। ਤੇ ਉੱਥੇ ਥਾਂ ਲੈ ਕੇ ਭਾਵ ਕੋ ਤੰਬੂ ਆਦਿਕ ਲਾ ਕੇ ਗੋਇੰਦਵਾਲ ਸਾਹਿਬ ਜਿੱਥੇ ਸਾਰੀ ਸੰਗਤ ਰਹਿੰਦੀ ਹੈ, ਇਹ ਜੋੜਾ ਦੋਵੇਂ ਹੀ ਮਾਈ ਭਾਈ ਬਜ਼ੁਰਗ ਬਾਬਾ ਆਦਮ ਤੇ ਇਹਦੀ ਪਤਨੀ ਉਹ ਮਾਤਾ ਦੋਵੇਂ ਹੀ ਰਹਿ ਰਹੇ ਹਨ। ਕਾਸ਼ਟ ਸ਼ੁਸ਼ਕ ਭਾਰ ਦੋਇ ਆਨੈ। ਤੇ ਹੌਲੀ ਹੌਲੀ ਫਿਰ ਇਹ ਸੇਵਾ ਕਰਦਾ ਕਰਦਾ ਬਾਬਾ ਆਦਮ ਜੀ ਫਿਰ ਇਹਨਾਂ ਸੇਵਾ ਸਾਂਭੀ ਲੱਕੜਾਂ ਦੀ। ਇਹ ਬਾਬਾ ਆਦਮ ਜੰਗਲ ਵਿੱਚ ਜਾੜ ਵਿੱਚ ਜਾਇਆ ਕਰੇ ਤੇ ਲੰਗਰ ਵਿੱਚ ਲੱਕੜਾਂ ਲੈ ਕੇ ਆਉਂਦਾ ਸੀ। 2 ਭਰੀਆਂ 2 ਪੰਡਾਂ ਲੱਕੜਾਂ ਦੀਆਂ ਲਿਆਉਂਦਾ ਹੈ। ਇਕ ਤੋ ਰਾਖੇ ਆਪਨ ਠਿਕਾਨੈ। ਤੇ ਬਜ਼ੁਰਗ ਸੀ ਫਿਰ ਸਿਆਣਾ ਸੀ ਵੀ ਕਦੇ ਲੋੜ ਪਵੇਗੀ। ਇੱਕ ਜਿਹੜੀ ਆਪਦੇ ਤੰਬੂ ਜਿੱਥੇ ਰਹਿੰਦਾ ਸੀ ਉੱਥੇ ਰੱਖ ਲੈਂਦਾ ਸੀ ਲੱਕੜਾਂ ਦੀ ਭਰੀ ਪੰਡ। ਦੇਗ ਗੁਰੂ ਕੀ ਹੋਵਤ ਜਹਵਾ। ਤੇ ਇੱਕ ਜਿਹੜੀ ਆ ਉਹ ਪੰਡ ਦੇ ਆਉਂਦਾ ਸੀ ਜਿੱਥੇ ਗੁਰੂ ਕਾ ਲੰਗਰ ਬਣਦਾ, ਜਿੱਥੇ ਹੁਣ ਗੋਇੰਦਵਾਲ ਸਾਹਿਬ ਲੰਗਰ ਹੈ। ਇੱਕ ਪੰਡ ਇੱਥੇ ਲਾਂਗਰੀ ਨੂੰ ਦੇ ਆਉਂਦਾ ਹੈ। ਦੂਸਰ ਪਾਰ ਦੇਤ ਪਾਤ ਹੈਵਾ। ਹਾਂ ਵੀ ਦੂਜੀ ਪੰਡ ਜਿਹੜੀ ਇੱਥੇ ਦੇ ਆਉਂਦਾ, ਇੱਕ ਆਪਣੇ ਉੱਥੇ ਰੱਖ ਲੈਂਦਾ ਤੰਬੂ ਵਿੱਚ ਜਿੱਥੇ ਇਹ ਰਹਿ ਰਿਹਾ ਹੈ। ਆਪਨ ਪਾਸ ਤੇ ਕਰਤ ਆਹਾਰ। ਤੇ ਜਿਹੜਾ ਰੋਟੀ ਪਾਣੀ ਪ੍ਰਸ਼ਾਦਾ ਛਕਦਾ ਇਹਨੂੰ ਆਪਦੇ ਕੋਲੋਂ ਭਾਵ ਜਾਂ ਤਾਂ ਕੁਝ ਬਾਲਣ ਵੇਚ ਲੈਂਦਾ ਵੀ ਆਪਦਾ ਭੋਜਨ ਰਸਤਾ ਆਪਦੀ ਲਿਆ ਕੇ ਗੁਰੂ ਕੇ ਲੰਗਰਾਂ ਚੋਂ ਨਹੀਂ ਪ੍ਰਸ਼ਾਦਾ ਛਕਦਾ ਵੀ ਛਕਦਾ ਕਿਣਕਾ ਕਦੇ ਛਕ ਲੈਂਦਾ। ਜ਼ਿਆਦਾਤਰ ਇਹ ਹੈ ਵੀ ਮੇਰੀ ਸੇਵਾ ਬੇਫਲ ਨਾ ਜਾਵੇ, ਵੀ ਉਹਨਾਂ ਖਾ ਲਿਆ ਤੇ ਉਹਨਾਂ ਕਰ ਲਿਆ, ਇਸ ਤਰ੍ਹਾਂ ਨਾ ਹੋਵੇ। ਜਿਸ ਕਰਕੇ ਕੋਸ਼ਿਸ਼ ਕਰਦਾ ਹੈ ਬਾਬਾ ਆਦਮ ਵੀ ਆਪਦਾ ਹੀ ਭੋਜਨ ਤਿਆਰ ਕਰਕੇ ਛਕਦੇ ਆ। ਇਸ ਪ੍ਰਕਾਰ ਗੁਰ ਕੀ ਕਰ ਕਾਰ। ਇਸ ਤਰ੍ਹਾਂ ਇਹ ਦੋਵੇਂ ਜੀ ਬਾਬਾ ਆਦਮ ਤੇ ਉਹ ਪਤਨੀ ਇਹਦੀ ਜੋ ਬਜ਼ੁਰਗ ਮਾਤਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਆ। ਖਸ਼ਟ ਮਾਸ ਤਹ ਰਹਿਤ ਬਿਤਾਏ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ 6 ਮਹੀਨੇ ਲੰਘ ਗਏ ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਕਰਦਿਆਂ ਨੂੰ। ਸੇਵਹਿ ਸਤਿਗੁਰ ਹਿਤ ਚਿਤ ਲਾਏ। ਤੇ ਬਾਬਾ ਆਦਮ ਤੇ ਇਹਦੀ ਪਤਨੀ ਮਾਤਾ ਬਜ਼ੁਰਗ ਜਿਹੜੀ ਹੈ ਬਹੁਤ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਆ। ਏਕ ਸਮੈ ਗੁਰ ਬਹਿਰ ਸਿਧਾਏ। ਤੋ ਕਵੀ ਜੀ ਕਹਿੰਦੇ ਇੱਕ ਸਮੇਂ ਦੀ ਗੱਲ ਹੈ ਭਾਈ, ਗੁਰੂ ਰਾਮਦਾਸ ਮਹਾਰਾਜ ਜੀ ਕਿਤੇ ਸੰਗਤਾਂ ਦੇ ਨਾਲ ਬਾਹਰ ਕਿਤੇ ਸਿੱਖ ਦੇ ਘਰ ਵਿੱਚ ਗਏ ਹੋਏ ਸਨ। ਕਿਤੇ ਕਦਯੋਸ ਬੀਤੇ ਪੁਨ ਆਏ। ਜਾਂ ਕਿਤੇ ਯਾਤਰਾ ਤੇ ਗਿਆਨ ਨੂੰ ਮਹਾਰਾਜ ਨੂੰ ਕੁਝ ਕੁ ਦਿਨ ਲੰਘ ਗਏ ਤੇ ਦਿਨ ਬੀਤਿਆਂ ਤੋਂ ਬਾਅਦ ਜਦੋਂ ਮਹਾਰਾਜ ਗੋਇੰਦਵਾਲ ਵਾਪਸ ਮੁੜੇ ਆ ਤਬਹੀ ਹਤੋ ਸੀਤ ਕੋ ਕਾਲ। ਤੇ ਠੰਡਾ ਸਮਾਂ ਸੀ, ਭਾਵ ਜਿਵੇਂ ਪੋ ਮਾਘ ਦੇ ਦਿਨ ਇਹੋ ਜਿਹੇ ਦਿਨ ਸਨ, ਬੜੀ ਠੰਡ ਦਾ ਸਮਾਂ ਸੀ। ਅਰ ਬਰਖਾ ਪਈ ਤਹਾਂ ਵਿਸ਼ਾਲ। ਉਧਰੋਂ ਫਿਰ ਹੁਣ ਉਦੋਂ ਕਿਹੜਾ ਕੂਆ ਸਾਧਨ ਬਹੁਤੇ ਸਨ, ਪੈਦਲ ਗਏ ਸੀ ਸਭ ਸੰਗਤਾਂ ਸਮੇਤ ਹਜ਼ੂਰ। ਤੇ ਬਹੁਤ ਭਾਰੀ ਠੰਡ ਦੇ ਵਿੱਚ ਬਾਰਿਸ਼ ਪਈ ਹੈ। ਦੋਹਰਾ ਸੰਗਤ ਗੁਰ ਕੇ ਸੰਗ ਤਬ। ਤੇ ਸਾਰੀ ਸੰਗਤ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਹੈ। ਹੋਤੀ ਬਹੁਤ ਤਹ ਆਏ। ਤੇ ਬਹੁਤ ਸੰਗਤ ਇਕੱਠੀ ਹੋਈ। ਮੀਂਹ ਬਾਰਿਸ਼ ਪੈਂਦੇ ਦੇ ਵਿੱਚ ਗੋਇੰਦਵਾਲ ਵਾਪਸ ਪਹੁੰਚੀ ਸਤਿਗੁਰਾਂ ਸਮੇਤ। ਭਇਓ ਸੀਤ ਸਭੇ ਹੂਨ ਕੋ। ਤੇ ਸਾਰਿਆਂ ਨੂੰ ਬੜੀ ਠੰਡ ਲੱਗਦੀ, ਦੰਦ ਠਿੱਕਾ ਵੱਜਦਾ, ਬਹੁਤ ਕਾਂਬਾ ਚੜਿਆ, ਬਾਰਿਸ਼ ਨਾਲ ਭਿੱਜੇ ਸਾਰੇ ਆ। ਸਿੱਖ ਮਿਲੇ ਸਮੁਦਾਇ। ਤੇ ਸਾਰੇ ਸਿੱਖ ਇਸ ਤਰ੍ਹਾਂ ਮਿਲ ਕਰਕੇ ਇੱਥੇ ਪਹੁੰਚੇ ਆ ਗੋਇੰਦਵਾਲ ਧਰਤੀ ਉੱਪਰ। ਚੌਪਈ ਆਦਮ ਜਾਟ ਤਬ ਹੈ ਕਟ ਕਸ ਕੈ। ਤੇ ਬਾਬਾ ਆਦਮ ਬਜ਼ੁਰਗ ਨੇ ਵੇਖਿਆ ਜਦੋਂ ਵੀ ਸਿੱਖ ਸੰਗਤਾਂ ਆਈਆਂ ਤੇ ਮੀਂਹ ਪਿਆ ਹੋਇਆ, ਭਿੱਜੇ ਆ ਠੰਡ ਨਾਲ, ਸਾਰੇ ਬੁਰਾ ਹਾਲ ਹੈ, ਬੱਚੇ ਵੀ ਹੈ ਬੁੱਢੇ ਵੀ ਹੈ। ਕਮਰ ਕਸਾ ਕੀਤਾ ਬਾਬਾ ਆਦਮ ਜੀ ਨੇ। ਈਂਧਨ ਅਧਿਕ ਹੋ ਟੋਟੇ ਕੁਝ ਸੁਕੈ। ਤੇ ਜਿਹੜਾ ਆਪਦੇ ਪਹਿਲਾਂ ਤੰਬੂ ਵਿੱਚ ਬੜੀ ਬਾਲਣ 6 ਮਹੀਨਿਆਂ ਤੋਂ ਜੋੜਦਾ ਸੀ ਨਾ, ਉਹ ਸਾਰਾ ਬਾਲਣ ਜਿਹੜਾ ਇਹਨੇ ਇਕੱਠਾ ਕੀਤਾ ਸੀ। ਇੱਕ ਇੱਕ ਭਾਰ ਸਕਿਓ ਸਕਲਿਓ ਜੋਏ। ਤੇ ਜਿਹੜਾ ਇੱਕ ਇੱਕ ਕਰਕੇ ਪੰਡ ਜੋੜੀ ਸੀ, ਭਾਵ 2 ਪੰਡਾਂ ਲੈ ਆਉਂਦੇ ਸੀ, ਇੱਕ ਪੰਡ ਦੇ ਦਿੰਦੇ ਸੀ ਲੰਗਰ ਵਿੱਚ, ਦੂਜੀ ਪੰਡ ਜਿਹੜੀ ਆਪਦੇ ਤੰਬੂ 'ਚ ਰੱਖ ਲੈਂਦੇ ਸੀ। ਇੱਕ ਇੱਕ ਪੰਡ ਕਰਕੇ ਹੁਣ 6 ਮਹੀਨਿਆਂ 'ਚ ਸਾਧ ਸੰਗਤ ਦੀ ਬਥੇਰਾ ਬਾਲਣ ਬਣ ਜਾਂਦਾ। ਬਹੁਤ ਭਾਰੀ ਮਾਤਰਾ ਵਿੱਚ ਬਾਲਣ ਜੋ ਜੋੜਿਆ ਸੀ। ਸੰਗਤ ਬਿਖੈ ਦੇਤ ਪਾਸ ਹੋਏ। ਸਾਰੇ ਦਾ ਸਾਰਾ ਸੰਗਤ ਵਿੱਚ ਦੇਤਾ, ਭਾਵ ਹਰੇਕ ਤੰਬੂ ਵਿੱਚ ਸੰਗਤ ਵਾਸਤੇ ਇੱਕ ਧੂਣਾ ਲਾ ਦਿੱਤਾ, ਅੰਗੀਠੀ ਬਾਲ ਦਿੱਤੀ, ਲੱਕੜਾਂ ਚਿਣ ਕੇ ਲੱਗੇ ਅੰਗੀਠੇ ਸਭ ਕੇ ਡੇਰੇ। ਤੇ ਜਿੰਨਿਆਂ ਸੰਗਤਾਂ ਡੇਰੇ ਪਾ ਕੇ ਬੈਠੀਆਂ ਤੰਬੂਆਂ ਵਿੱਚ, ਸਾਰਿਆਂ ਦੇ ਤੰਬੂਆਂ ਦੇ ਅੱਗੇ ਨਿਰੇ 4 ਚਫੇਰੇ ਗੋਇੰਦਵਾਲ ਸਾਹਿਬ ਦੇ ਅੱਗ ਬਾਲ ਦਿੱਤੀ ਆ। ਬਹੁਤ
ਜਿਹੜੀ ਨਿੱਘ ਆ ਰਹੀ ਹੈ, ਚਾਹ ਪਾਸੇ ਧੂਣੀਆਂ ਬਲ ਰਹੀਆਂ ਹਨ। ਮਿਟਿਓ ਸੀਤ ਪਾ ਆਨੰਦ ਕਨੇਰੇ। ਸੰਗਤਾਂ ਕੱਪੜੇ ਸੁਕਾਏ ਐ ਤੇ ਜਿਹੜਾ ਠੰਡ ਸੀ ਨਾ ਉਹ ਪਈ ਹੋਈ ਬਾਰਿਸ਼ ਕਰਕੇ, ਜਾਂ ਪੋਹ ਮਾਘ ਦੇ ਮਹੀਨੇ ਅੱਗ ਦੇ ਉਦਾਲੇ ਬਹਿ ਕੇ ਸਾਰੀ ਠੰਡ ਦੂਰ ਹੋਈ ਹੈ ਤੇ ਸੰਗਤਾਂ ਨੇ ਸੁਖ ਲਿਆ ਹੈ। ਉੱਚੇ ਥਲ ਹਵੈ ਕਰ ਤਿਸ ਬਾਰੀ। ਇਧਰ ਉੱਚੀ ਜਗ੍ਹਾ ਤੇ ਖੜ ਕਰਕੇ ਧੰਨ ਗੁਰੂ ਰਾਮਦਾਸ ਜੀ ਦੀਨਾ ਬੰਧੂ ਜੀ ਉੱਚੇ ਜਗ੍ਹਾ ਖੜ ਕਰਕੇ ਵੇਖਦੇ ਐ। ਗੁਰ ਨੇ ਸੰਗਤ ਸਕਲ ਨਿਹਾਰੀ। ਮਹਾਰਾਜ ਨੇ ਸਾਰੀ ਸੰਗਤ ਦੇ ਤੰਬੂਆਂ ਦੇ ਅੱਗੇ ਸੋਹਣੀ ਲੜ ਲੜ ਕਰਦੀ ਠੰਡ ਵਿੱਚ ਅੱਗ ਬਲਦੀ ਵੇਖੀ। ਸੰਗਤਾਂ ਖੁਸ਼ ਹੁੰਦੀਆਂ, ਸੰਗਤਾਂ ਸੁੱਖ ਲੈਂਦੀਆਂ, ਨਿੱਘ ਪ੍ਰਾਪਤ ਹੁੰਦਾ। ਇਹ ਸਾਰਾ ਨਜ਼ਾਰਾ ਜਿਹੜਾ ਹੈ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉੱਚੇ ਥਾਂ ਤੇ ਖੜ ਵੇਖਦੇ ਆ। ਡੇਰੇ ਸਭਨ ਅੰਗੀਠੇ ਲਾਗੇ। ਮਹਾਰਾਜ ਵੇਂਦੇ ਆ ਵੀ ਸਾਰਿਆਂ ਸੰਗਤਾਂ ਦੇ ਡੇਰਿਆਂ ਵਿੱਚ ਅੰਗੀਠੇ ਬਲਦੇ ਪਏ ਆ, ਅੱਗ ਬਲ ਰਹੀ ਸੋਹਣੀ। ਵੱਡੋ ਪ੍ਰਕਾਸ਼ ਹੁਤਾ ਸੁਨ ਜਾਗੇ। ਤੇ ਸਾਰਾ ਗੋਇੰਦਵਾਲੀ ਜਗਮਗ ਜਗਮਗ ਕਰਦਾ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹੈ ਤੇ ਬਾਲਣ ਵੀ ਫਿਰ ਬਾਬੇ ਆਦਮ ਕੋਲ ਬੜਾ ਸੀ। ਸਾਰੇ ਪਾਸੇ ਅੱਗ ਬਲਦੀ ਹੈ, ਜਗਮਗ ਜਗਮਗ ਐਨ ਰੌਸ਼ਨੀ ਚਪ ਪਾਸੇ ਹੁੰਦੀ, ਚਹਿਲ ਪਹਿਲ ਹੋ ਰਹੀ ਹੈ। ਹਿਰਦੇ ਵਿਚਾਰ ਕਰਤ ਗੁਰ ਐਸੇ। ਤੇ ਗੁਰੂ ਗਰੀਬ ਨਵਾਜ ਸਤਿਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਹੈ। ਈਂਧਨ ਇਤੋ ਮਿਲਿਓ ਇਨ ਕੈਸੇ। ਵੀ ਸੰਗਤ ਨੂੰ ਇੰਨਾ ਬਾਲਣ ਕਿਵੇਂ ਮਿਲਿਆ? ਕਿਉਂਕਿ ਬਾਰਿਸ਼ ਪੈਂਦੀ ਨੂੰ ਦਿਨ ਹੋ ਗਏ, ਸੋਕਾ ਬਾਲਣ ਉਹ ਵੀ ਇੰਨਾ, ਸੰਗਤ ਪਾਸ ਇੰਨਾ ਬਾਲਣ ਆਇਆ ਕਿੱਥੋਂ ਹੈ? ਨਹੀਂ ਸਮੀਪ ਇਹਾਂ ਕਿਸ ਥਾਨ। ਇੱਥੇ ਤਾਂ ਲਾਗੇ ਨਹੀਂ, ਸੁੱਕੀ ਲੱਕੜ ਲੱਭਣੀ ਦੁਰਲੱਭ ਹੈ, ਔਖੀ ਹੈ, ਨਹੀਂ ਲੱਭੇਗੀ। ਕਿਸਨੇ ਦੀਨਸ ਇਨ ਕੋ ਆਨ। ਤੇ ਐਨੀ ਕਿੰਨੇ ਲੱਕੜ ਲਿਆ ਕੇ ਭੇਂਟ ਕਰ ਦਿੱਤੀ ਆ ਵੀ ਸਾਰੀ ਸੰਗਤ ਹੀ ਧੂਣੇ ਲਾ ਕੇ ਬੈਠੀ ਆ। ਭਈ ਪ੍ਰਭਾਤ ਸਭਾ ਜਬ ਹੋਈ। ਇਸ ਤਰ੍ਹਾਂ ਮਹਾਰਾਜ ਜੀ ਫਿਰ ਬਰਾਜ ਗਏ ਵੇਖ ਕੇ ਸਾਰਾ ਨਜ਼ਾਰਾ। ਅੰਮ੍ਰਿਤ ਵੇਲਾ ਜਦੋਂ ਹੋਇਆ ਹੈ, ਦੇਖਣ ਦਰਸ ਆਏ ਸਭ ਕੋਈ। ਤੇ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਪਹੁੰਚੀਆਂ ਨੇ। ਸ਼੍ਰੀ ਗੁਰੂ ਰਾਮਦਾਸ ਸਭ ਸੰਗ। ਤੇ ਜਦੋਂ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਆਈ, ਪੰਡਾਲ ਸਜਿਆ, ਭਰੇ ਪੰਡਾਲ ਦੀ ਬਾਣ ਵਿੱਚ ਮਹਾਰਾਜ ਸਭ ਸੰਗਤਾਂ ਨਾਲਿਓਂ ਆਖਦੇ ਆ, ਬੂਝਿਓ ਈਂਧਨ ਕੇਰ ਪ੍ਰਸੰਗ। ਮਹਾਰਾਜ ਕਹਿੰਦੇ ਭਾਈ ਸੰਗਤ ਜੀ ਉਹ ਰਾਤ ਅੰਗੀਠੇ ਬਲਦੇ ਸੀ, ਇੰਨੀ ਸੁੱਕੀ ਲੱਕੜ ਕੌਣ ਦੇ ਗਿਆ ਭਾਈ? ਐਡਾ ਵੱਡਾ ਪਰਉਪਕਾਰ ਕਿਸ ਨੇ ਕੀਤਾ ਹੈ, ਸੇਵਾ ਕਿਸ ਨੇ ਕੀਤੀ ਵਾ? ਸਭ ਨੇ ਕਹਿਓ ਸਿੱਖ ਹੈ ਕੋਏ। ਤੇ ਹੁਣ ਬਾਬਾ ਆਦਮ ਨੂੰ ਜਾਣਦਾ ਨਹੀਂ ਸੀ ਨਾ ਕੋਈ, ਕਿਉਂਕਿ ਸੇਵਾ ਕਰਦਾ ਸੀ, ਉਹ ਗੱਲਾਂ ਬਾਤਾਂ ਘੱਟ ਕਰਦੇ ਸਨ। ਤੇ ਉਹ ਸਿੱਖ ਦੱਸਦੇ ਮਹਾਰਾਜ ਇੱਥੇ ਕੋਈ ਬਜ਼ੁਰਗ ਜਿਹਾ ਰਹਿੰਦਾ, ਕੋਈ ਕਾਫੀ ਉਮਰ ਦਾ ਬੁੜਾ ਹੈ, ਉਹ ਮਹਾਰਾਜ ਇੱਥੇ ਰਹਿੰਦਾ ਹੈ, ਕੋਈ ਸਿੱਖ ਹੈ ਆਪ ਦੇ ਘਰ ਦਾ ਹੀ। ਜੇਤ ਫਿਰਿਓ ਡੇਰਨ ਮਹਿਸੋਏ। ਤੇ ਇਹ ਨਹੀਂ ਪਤਾ ਮਹਾਰਾਜ ਲੱਕੜ ਕਿੱਥੋਂ ਲਿਆਇਆ, ਪਰ ਉਹ ਸਾਰਿਆਂ ਤੰਬੂਆਂ ਵਿੱਚ ਹਰੇਕ ਨੂੰ ਇੱਕ ਇੱਕ ਜਿਹੜੀ ਵਾ ਭਰੀ ਉਹ ਲੱਕੜ ਦੀ ਦੇ ਕੇ ਗਿਆ, ਇੱਕ ਇੱਕ ਪੰਡ ਸਾਰਿਆਂ ਨੂੰ ਸੁੱਕੇ ਬਾਲਣ ਦੀ ਦੇ ਗਿਆ ਸੀ। ਹੁਤੋ ਰਸੋਈਆ ਗੁਰ ਕੇ ਪਾਸ। ਤੇ ਉੱਥੇ ਜਦੋਂ ਗੁਰੂ ਰਾਮਦਾਸ ਮਹਾਰਾਜ ਪੁੱਛਦੇ ਤੇ ਨਾਲ ਰਸੋਈਆ ਸਿੱਖ ਵੀ ਖੜਾ ਹੋਇਆ ਜਿਹੜਾ ਗੁਰੂ ਘਰ ਦਾ ਲੰਗਰ ਬਣਾਉਂਦਾ ਹੈ। ਤੇ ਉਹ ਰਸੋਈਆ ਜਿਹੜਾ ਮਹਾਰਾਜ ਦੇ ਪਾਸ ਖੜਾ ਇੰਨੇ ਨੂੰ ਉਹ ਵੀ ਬੋਲਿਆ ਹੈ, ਦਿਨ ਪੀ ਕਰੀ ਤਬਹਿ ਅਰਦਾਸ। ਹੱਥ ਜੋੜ ਕੇ ਰਸੋਈਆ ਵੀ ਮਹਾਰਾਜ ਦੇ ਚਰਨੀ ਅਰਦਾਸ ਕਰ ਬੋਲਿਆ ਹੈ। ਦੇਗ ਬਿਖੈ ਇੱਕ ਭਾਰ ਵਿਸ਼ਾਲ। ਮਹਾਰਾਜ ਉਹ ਬਜ਼ੁਰਗ ਬਾਪੂ ਜਿਹੜਾ ਨਾ ਦੇਗ ਦੇ ਵਿੱਚ ਵੀ ਇੱਕ ਭਰੀ ਭਾਵ ਪੰਡ ਇੱਕ ਰੋਜ਼ ਦੇ ਜਾਂਦਾ ਹੈ। ਦੇਤ ਰਹਿਓ ਨਿਤ ਕੇਤਿਕ ਕਾਲ। ਤੇ ਮਹਾਰਾਜ 6 ਮਹੀਨੇ ਹੋ ਚੱਲੇ ਆ, ਉਹ ਰੋਜ਼ ਹੀ ਇੱਕ ਪੰਡ ਜਿਹੜੀ ਇਹਨਾਂ ਲੱਕੜ ਦੀ ਉਹ ਦੇ ਜਾਂਦਾ ਹੈ ਦੇਗ ਵਿੱਚ। ਤੇ ਆਹ ਬਾਲਣ ਜਿਹੜਾ ਸੰਗਤਾਂ ਨੂੰ ਸਕਾਈ ਅੱਗ ਬਾਲੀ ਉਹ ਵੀ ਇਸੇ ਨੇ ਸਕਾਈ ਬੁਲਾਈ ਹੈ। ਅੰਤਰਜਾਮੀ ਸਭ ਕੁਛ ਜਾਨੀ। ਇਧਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅੰਤਰਜਾਮੀ ਹੈ, ਸਭ ਦੇ ਮਨ ਦੀ ਜਾਣਨ ਵਾਲੇ ਹਨ। ਤਉ ਕਹੇ ਪਰ ਕਾਲ ਪਛਾਨੀ। ਪਰ ਸੱਚੇ ਪਾਤਸ਼ਾਹ ਜੀ ਉਹ ਜਿਵੇਂ ਸੰਗਤ ਦੱਸਿਆ ਇਸ ਕਰਕੇ ਪਛਾਣਿਆ, ਉਹ ਵੀ ਮਹਾਰਾਜ ਤਾਂ ਜਾਣਦੇ ਹੀ ਆ ਬਾਬਾ ਆਦਮ ਨੂੰ, ਪਰ ਫਿਰ ਵੀ ਮਹਾਰਾਜ ਜਾਣ ਬੁੱਝ ਕੇ ਜਿਵੇਂ ਅਣਜਾਣ ਬਣ ਜਾਂਦੇ ਵੀ ਕਿਹਨੇ ਕੀਤਾ ਭਾਈ ਇਹ ਸਾਰਾ ਕੁਝ। ਇਸ ਤਰ੍ਹਾਂ ਸੰਗਤ ਦੇ ਦੱਸੇ ਤੋਂ ਮਹਾਰਾਜ ਨੇ ਜਾਣਿਆ ਬਾਬੇ ਆਦਮ ਦੀ ਸੇਵਾ ਨੂੰ। ਸ਼੍ਰੀ ਗੁਰੂ ਰਾਮਦਾਸ ਸੁਖਦਾਨੀ। ਤਾਂ ਐਸੇ ਹਨ ਧੰਨ ਸੁਖਾਂ ਦੇ ਦਾਤੇ ਗੁਰੂ ਰਾਮਦਾਸ ਮਹਾਰਾਜ ਜੀ। ਸਭ ਸਿੱਖਿਆਨ ਮਹਤਬ ਹੈ ਬਖਾਨੀ। ਸੁਖਾਂ ਦੇ ਦਾਤੇ ਗੁਰੂ ਗਰੀਬ ਨਵਾਜ ਜੀਆਂ। ਜਦੋਂ ਸੁਣਿਆ ਨਾ ਵੀ ਇਹ ਬਾਬੇ ਆਦਮ ਨੇ ਸੇਵਾ ਕੀਤੀ, ਇੱਕ ਬਜ਼ੁਰਗ ਨੇ ਸੇਵਾ ਕੀਤੀ ਹੈ,
ਪਰੇ ਦੀ ਬਾਣ ਵਿੱਚ ਸੰਗਤ ਵਿੱਚ ਸੱਚੇ ਪਾਤਸ਼ਾਹ ਜੀਓ ਬੋਲੇ ਆ। ਖੋਜਹ ਸਿੱਖਿਆ ਸੋ ਲਿਆਵਹ ਜਾਏ। ਮਹਾਰਾਜ ਕਹਿੰਦੇ ਭਾਈ ਕੋਈ ਸਿੱਖ ਜਾਓ, ਉਹ ਬਜ਼ੁਰਗ ਸਿੱਖ ਨੂੰ ਸਾਡੇ ਪਾਸ ਲੱਭ ਕੇ ਲੈ ਕੇ ਆਓ, ਜਿਸਨੇ ਕਾਲੀ ਕਾਲ ਸੋ ਥਾਏ। ਜਿਨੇ ਬਹੁਤ ਵੱਡੀ ਕਾਲਣਾ ਕਾਲੀ ਹੈ, ਇਸ ਜਗ੍ਹਾ ਤੇ ਬਾਲਣ ਦੀ ਸੇਵਾ ਕੀਤੀ ਹੈ। ਕਾਨ ਮਰੋ ਮਨੋਰਥ ਹੈ ਤਿਸ ਕੇਰਾ। ਤੇ ਦੱਸੋ ਭਾਈ ਕੀ ਉਹਦਾ ਮਨੋਰਥ, ਭਾਵ ਦੀ ਸੇਵਾ ਹੁਣ ਸੋਹਣੀ ਹੈ, ਸਫਲੀ ਹੋ ਗਈ ਹੈ। ਤੇ ਜਾਓ ਉਹਨੂੰ ਬੁਲਾ ਕੇ ਲਿਆਓ ਵੀ ਉਹਦੇ ਮਨ ਵਿੱਚ ਕੀ ਇੱਛਾ ਹੈ, ਮਨ ਵਿੱਚ ਕੀ ਮਨੋਰਥ ਰੱਖ ਕੇ, ਫੁਰਨਾ ਰੱਖ ਕੇ ਇੰਨੀ ਸੇਵਾ ਕਰਦਾ ਹੈ। ਸੋ ਪੂਰਨ ਕਰ ਹੈ ਬਿਨ ਦੇਰਾ। ਤੇ ਉਹਨੂੰ ਆਖੋ ਵੀ ਮੰਗੇ ਕੀ ਮੰਗਣਾ, ਜੋ ਮੰਗੇਗਾ ਅਸੀਂ ਬਿਨਾਂ ਦੇਰੀ ਤੋਂ ਉਹਦਾ ਪੂਰਾ ਕਰਾਂਗੇ। ਦੋਹਰਾ ਸੁਨਤ ਸਿੱਖ ਤਿਸ ਥਾਨ ਕੋ। ਉਥੋਂ ਫਿਰ ਜਦੋਂ ਸੁਣਿਆ ਸਿੱਖਾਂ ਨੇ ਵੀ ਮਹਾਰਾਜ ਕਹਿੰਦੇ ਬੁਲਾਓ ਜਿਹਨੇ ਸੇਵਾ ਕੀਤੀ ਹੈ। ਖੋਜੋ ਜਹਾਂ ਰਹੰਤ। ਜੇ ਇਸ ਤੰਬੂ ਵਿੱਚ ਦੋਵੇਂ ਰਹਿੰਦੇ ਆ ਨਾ, ਬਾਬਾ ਆਦਮ ਤੇ ਇਹਦੀ ਬਜ਼ੁਰਗ ਪਤਨੀ, ਜਿੱਥੇ ਇਹ ਤੰਬੂ ਲਾ ਕੇ ਰਹਿੰਦੇ ਆ, ਜਾ ਲੱਭਿਆ ਸਿੱਖਾਂ ਨੇ ਉਸ ਥਾਂ ਤੋਂ। ਲੈ ਗਮਨੇ ਤਤਕਾਲ ਹੀ। ਤੇ ਆਖਿਆ ਚਲੋ ਬਾਬਾ ਜੀ ਤੁਹਾਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਬੁਲਾਉਂਦੇ ਆ। ਨਾਲ ਲੈ ਕੇ ਤੇ ਛੇਤੀ ਦੀ ਬਾਣ ਵਿੱਚ ਪਹੁੰਚੇ ਆ ਸਿੱਖ। ਸੰਗ ਚਲਿਓ ਹੁਲ ਸੰਤ। ਤੇ ਬਾਬਾ ਆਦਮ ਜੀ ਵੀ ਬੜੇ ਖੁਸ਼ੀ ਖੁਸ਼ੀ ਵੀ ਕੀ ਹੈ ਮੇਰੀ ਸੇਵਾ ਮਹਾਰਾਜ ਨੂੰ ਭਾ ਗਈ ਹੋਵੇ, ਖੁਸ਼ੀ ਖੁਸ਼ੀ ਹੱਸਦੇ ਉਤਸ਼ਾਹ ਦੇ ਨਾਲ ਪੰਡਾਲ ਵਿੱਚ ਪਹੁੰਚੇ ਆ। ਚਾਪਈ ਜਾਏ ਕਰੀ ਬੰਧਨ ਕਰ ਜੋਰ। ਸਤਿਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕੀਤੇ। ਬਾਬੇ ਆਦਮ ਨੇ ਦੋਵੇਂ ਹੱਥ ਜੋੜੇ ਐ, ਗਰੀਬ ਨਵਾਜ ਦੇ ਚਰਨਾਂ ਤੇ ਮੱਥਾ ਟੇਕਿਆ, ਡੰਡੌਤ ਬੰਦਨਾ ਕੀਤੀ ਹੈ। ਠਾਡੋ ਰਹਿਓ ਬਦਨ ਕੀ ਓਰ। ਤੇ ਮਹਾਰਾਜ ਦੇ ਸਨਮੁਖ ਦੋਵੇਂ ਹੱਥ ਜੋੜ ਕੇ ਇਹ ਬਜ਼ੁਰਗ ਬਾਬਾ ਆਦਮ ਖੜਾ ਹੋਇਆ ਹੈ। ਦੇਖ ਗੁਰੂ ਨੇ ਬਾਕ ਉਚਾਰਾ। ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਵੇਖਿਆ ਬਜ਼ੁਰਗ ਵੀ ਉਮਰੇ ਦੀ ਕਿੰਨੀ ਹੈ ਤੇ ਸੇਵਾ ਕਿੱਡੀ ਵੱਡੀ ਕੀਤੀ ਹੈ। ਵੇਖ ਕੇ ਸੱਚੇ ਪਾਤਸ਼ਾਹ ਜੀ ਬੋਲੇ ਐ, ਕਾਨ ਮਨੋਰਥ ਤੈ ਉਰ ਧਾਰਾ। ਮਾਰੇ ਕਹਿੰਦੇ ਹੈ ਗੁਰਸਿੱਖਾ, ਕੀ ਮਨੋਰਥ ਹੈ ਭਾਈ ਤੇਰੇ ਮਨ ਵਿੱਚ, ਕੀ ਫੁਰਨਾ ਕੀ ਸੰਕਲਪ ਮਨ ਵਿੱਚ ਰੱਖਿਆ ਹੈ। ਤੇਰੀ ਕਾਲ ਭਰੀ ਸਭ ਥਾਏ। ਤੇਰੀ ਜਿਹੜੀ ਸੇਵਾ ਹੈ ਨਾ, ਘਾਲਣਾ ਘਾਲੀ ਹੋਈ ਬਾਲਣ ਦੀ ਸੇਵਾ, ਉਹ ਅੱਜ ਥਾਂ ਪੈ ਗਈ। ਤੂੰ ਸੰਗਤਾਂ ਨੂੰ ਸੁਖ ਦਿੱਤਾ ਹੈ ਤੇ ਸੰਗਤ ਵਿੱਚ ਪਰਮੇਸ਼ਰ ਦਾ ਵਾਸ ਹੈ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਸੇਵਾ ਕਰ ਸੰਗਤਾਂ ਨੂੰ ਖੁਸ਼ ਕਰਦਾ ਹੈ, ਕੋਈ ਵਸਤੂ ਇਹੋ ਜਿਹੀ ਅਦੇ ਨਹੀਂ ਹੈ ਜਿਹੜੀ ਅਸੀਂ ਉਹਨੂੰ ਨਾ ਦਈਏ, ਸਭ ਕੁਝ ਦੇਵਾਂਗੇ। ਅੱਜ ਤੇਰੀ ਸੇਵਾ ਥਾਏ ਪੈ ਗਈ ਹੈ। ਮੰਗ ਲੈ ਹੋ ਬਰਸੋ ਅਬ ਪਾਏ। ਮੰਗ ਇਹ ਬਜ਼ੁਰਗ ਸਿੱਖ ਲੈ, ਦੱਸ ਕੀ ਚਾਹੀਦਾ, ਜੋ ਮੰਗੇਗਾ ਉਹੀ ਅੱਜ ਦੇਵਾਂਗੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਅੱਜ ਕੋਈ ਇਹੋ ਜਿਹੀ ਵਸਤੂ ਨਹੀਂ ਹੋਵੇਗੀ ਜਿਹੜੀ ਤੈਨੂੰ ਨਾ ਦਈਏ। ਆਦਮ ਜਾਟ ਬਾਕ ਸੁਨ ਗੁਰ ਕੋ। ਗੁਰੂ ਰਾਮਦਾਸ ਮਹਾਰਾਜ ਦੀ ਇੰਨੀ ਗੱਲ ਸੁਣੀ, ਬਾਬਾ ਆਦਮ ਜੀਆਂ ਇਸ ਜੱਟ ਨੇ ਜਦੋਂ ਗੱਲ ਮਹਾਰਾਜ ਦੀ ਸੁਣੀ ਹੈ, ਕਹਿ ਨਹਿ ਸਕਹਿ ਮਨੋਰਥ ਉਰ ਕੋ। ਤੇ ਹੁਣ ਵਿਚਾਰਾ ਮਨ ਦੀ ਗੱਲ ਦੱਸੇ ਕਿ ਮਨ ਦਾ ਫੁਰਨਾ ਜਿਸ ਕਰਕੇ ਇੱਥੇ ਸੇਵਾ ਕਰਦਾ ਹੈ, ਬਾਲਣ ਢੋਂਦਾ ਹੈ, ਬਰਤਨ ਮਾਂਜਦਾ, ਨਾਲੀਆਂ ਸਾਫ਼ ਕਰਦਾ, ਮਹਾਰਾਜ ਦੇ ਦਰ ਘਰ ਗੋਇੰਦਵਾਲ ਸਾਹਿਬ ਸੰਗਤਾਂ ਦੀ ਸੇਵਾ ਕਰਦਾ, ਪਾਣੀ ਢੋਂਦਾ, ਮਨ ਦੇ ਵਿੱਚ ਫੁਰਨਾ ਜਿਹੜਾ ਨਾ ਉਹ ਦੱਸ ਨਹੀਂ ਸਕਦਾ। ਇਹਦੇ ਤੋਂ ਬੋਲਿਆ ਨਾ ਗਿਆ, ਚੁੱਪ ਕਰ ਗਿਆ ਹੈ। ਮੈਂ ਬਹੁ ਬਿਰਧ ਕਹਾਂ ਸੁਤ ਹੋਏ। ਤੇ ਮਨ ਵਿੱਚ ਵਿਚਾਰਦਾ ਹੈ ਵੀ ਹੁਣ 70-80 ਵਰੇ ਤਾਂ ਉਮਰ ਹੋ ਚੁੱਕੀ, ਮੈਂ ਬਜ਼ੁਰਗ ਬਿਰਧ ਹਾਂ ਤੇ ਹੁਣ ਮੇਰੇ ਘਰ ਵਿੱਚ ਕਿੱਥੇ ਸੰਤਾਨ ਹੋਣ ਲੱਗੀ, ਪੁੱਤਰ ਕਿੱਥੇ ਮਿਲਣਾ ਹੈ। ਜਾਂ ਤੇ ਮੰਗਤ ਭਾ ਨਹਿ ਸੋਏ। ਇਸ ਕਰਕੇ ਮਨ 'ਚ ਵਿਚਾਰੀ ਵੀ ਹੁਣ ਚੰਗੇ ਨਹੀਂ ਲੱਗਾਂਗੇ ਸੰਗਤ ਵਿੱਚ। ਅਗਲਾ ਆਖੂ ਵੀ 70-80 ਵਰੇ ਇਹਦੀ ਉਮਰ ਹੈ ਤੇ ਹੁਣ ਪੁੱਤਰ ਦੀ ਦਾਤ ਮਹਾਰਾਜ ਦੇ ਘਰੋਂ ਮੰਗਦਾ ਫਿਰਦਾ, ਮਜ਼ਾਕ ਡਾਉਣਗੇ ਸਾਰੇ। ਇਹ ਮਨ ਵਿੱਚ ਸਿਆਣਾ ਸੀ ਬਾਬਾ ਆਦਮ ਤੇ ਸੰਗ ਕਰ ਗਿਆ, ਬੋਲਿਆ ਕੁਝ ਨਾ। ਬਿਰਧਾ ਬਹੁਰ ਭਾਰਿਆ ਮੇਰੀ। ਤੇ ਮਨ 'ਚ ਵਿਚਾਰਦਾ ਵੀ ਮੈਂ ਵੀ ਬਿਰਧ ਹਾਂ, ਭਾਵ ਅਸੀਂ ਦੋਵੇਂ ਪਤੀ ਸਤੀ ਪਤਨੀ, ਬਹੁਤ ਸਾਡੀ ਉਮਰ ਹੋ ਚੁੱਕੀ ਹੈ। ਉਚਿਤ ਨ ਕਹਿਨ ਬਾਤ ਸੁਤ ਕੇਰੀ। ਤੇ ਹੁਣ ਸੰਗਤ ਦੇ ਵਿੱਚ ਪੁੱਤਰ ਵਾਲੀ ਗੱਲ ਕਹਿਣੀ ਚੰਗੀ ਨਹੀਂ, ਬੁਰੇ ਲੱਗਾਂਗੇ ਗੱਲ ਕਰਦੇ ਬੁੱਢੇ ਬਾਰੇ, ਇਹੋ ਜੀ ਗੱਲ ਸ਼ੋਭਾ ਨਹੀਂ ਦਿੰਦੀ ਹੈ। ਇਮ ਵਿਚਾਰ ਕੈ ਬਾਕ ਬਖਾਨਾ। ਤੇ ਮਨ ਵਿੱਚ ਸੋਚ ਵਿਚਾਰ ਕੇ ਬਾਬਾ ਆਦਮ ਜੀ ਬੋਲਦੇ ਐ, ਹੇ ਗੁਰ ਨਿਜ ਦਰਸ਼ਨ ਦੇਹੋ ਦਾਨਾ। ਹੇ ਗੁਰੂ ਰਾਮਦਾਸ ਮਹਾਰਾਜ, ਮਹਾਰਾਜ ਜੇ ਤਰੁਠੇ ਹੋ ਨਾ, ਖੁਸ਼ ਹੋਏ ਹੋ ਦਾਸ ਦੀ ਸੇਵਾ ਤੋਂ,
ਤੇ ਮਹਾਰਾਜ ਫਿਰ ਦਰਸ਼ਨ ਦਾ ਦਾਨ ਦਿਓ ਵੀ ਤੁਹਾਡੇ ਦਰਸ਼ਨ ਹੁੰਦੇ ਰਹਿਣ। ਅਪਰ ਨਹੀਂ ਮੋ ਕਹੋ ਅਬਿਲਾਖਾ। ਸੱਚੇ ਪਾਤਸ਼ਾਹ ਜੀ ਹੋਰ ਮੇਰੇ ਮਨ ਵਿੱਚ ਕੋਈ ਇੱਛਾ ਨਹੀਂ ਹੈ। ਜੇ ਖੁਸ਼ ਹੋਏ ਹੋ ਤੇ ਮਹਾਰਾਜ ਫਿਰ ਦਰਸ਼ਨਾਂ ਦੀ ਦਾਤ ਬਖਸ਼ ਦੇਵੋ ਜੀ। ਐਸੋ ਜਬ ਆਦਮ ਨੇ ਭਾਖਾ। ਇਹੋ ਜੀ ਜਦੋਂ ਗੱਲ ਬਾਬਾ ਆਦਮ ਸਿੰਘ ਜੀਆਂ ਕੀ ਬਾਬਾ ਆਦਮ ਜੀਆਂ ਨੇ ਆਖੀ ਹੈ। ਮਨ ਕੀ ਗਤ ਲਖ ਅੰਤਰ ਜਾਮੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਅੰਤਰਜਾਮੀ ਹੈ। ਸਤਿਗੁਰਾਂ ਤੋਂ ਕੀ ਲੁਕਿਆ, ਮਹਾਰਾਜ ਜੀ ਜਾਣ ਗਏ ਵੀ ਇਹਦੇ ਮਨ ਵਿੱਚ ਕੀ ਹੈ। ਹੋਰ ਕੁਝ ਹੈ ਤੇ ਮੂੰਹੋਂ ਕੁਝ ਹੋਰ ਆਖਦਾ ਹੈ। ਬੋਲੇ ਰਾਮਦਾਸ ਪ੍ਰਭ ਸੁਆਮੀ। ਜਗ ਸੁਆਮੀ ਮਾਲਕ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਨਾ ਬੰਧੂ ਹਜ਼ੂਰ ਬੋਲੇ ਹਨ। ਕਿਉ ਨਹਿ ਲੇਤ ਮਨੋਰਥ ਉਰ ਕੋ। ਮਹਾਰਾਜ ਕਹਿੰਦੇ ਆ, ਹੇ ਬਾਬਾ ਜੀ, ਹੇ ਬਜ਼ੁਰਗ ਗੁਰਸਿੱਖ, ਆਪਦੇ ਮਨ ਦਾ ਮਨੋਰਥ ਜਿਹੜਾ ਧਾਰ ਕੇ ਆਏ ਹੋ ਇੱਥੇ ਸੇਵਾ ਕਰਦੇ ਹੋ, ਕੀ ਉਹ ਲੈਣਾ ਨਹੀਂ? ਜੋ ਲੈਣ ਆਓ ਹੁਣ ਮੰਗੋਗੇ ਨਹੀਂ? ਜਿਹੜੀ ਚੀਜ਼ ਲੈਣ ਆਏ ਹੋ ਇੱਥੋਂ ਅਸੀਂ ਦੇਣ ਲੱਗੇ ਹਾਂ, ਤੇ ਕੀ ਉਹ ਵਸਤੂ ਹੁਣ ਮੰਗੋਗੇ ਨਹੀਂ? ਨਹੀਂ ਲੈਣਾ ਸਾਡੇ ਪਾਸੋਂ? ਐਉਂ ਮਹਾਰਾਜ ਬੋਲਦੇ ਆ। ਗੁਰ ਪ੍ਰਸੰਨ ਲਖ ਦਾਤਾ ਬਰ ਕੋ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਭਾਈ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਿੰਘਾਸਨ ਤੁਹਾਡੇ ਤੇ ਪ੍ਰਸੰਨ ਹੈ, ਤੇ ਜਾਣ ਲੈ ਵੀ ਗੁਰੂ ਜੀ ਨੂੰ ਮਹਾਰਾਜ ਜੀ ਜਦੋਂ ਇਸ ਤਰ੍ਹਾਂ ਕਹਿੰਦੇ ਵਾਰ-ਵਾਰ ਵੀ ਕੀ ਜੋ ਲੈਣ ਆਇਓ ਇਹ ਗੁਰਸਿੱਖੋ ਲੈਣਾ ਨਹੀਂ। ਜਦੋਂ ਵੇਖਿਆ ਨਾ ਮਹਾਰਾਜ ਦੇ ਮੁਖੋਂ ਬਚਨ ਸੁਣਿਆ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਬਹੁਤ ਖੁਸ਼ ਜਦੋਂ ਵੇਖਿਆ ਹੈ। ਸੁਖ ਚਿਤ ਪੁਨਹ ਨ ਜਾਏ ਬਖਾਨਾ। ਤੇ ਦੁਬਾਰਾ ਫਿਰ ਇਹਦੇ ਤੋਂ ਬੋਲੇ ਹੀ ਨਹੀਂ ਗਿਆ। ਬਾਬਾ ਆਦਮ ਫਿਰ ਸੰਗ ਮਨਾਇਆ, ਸ਼ਰਮ ਕਰਦਾ ਤੇ ਸੁੱਕ ਚ ਗਿਆ, ਚੁੱਪ ਹੋ ਗਿਆ, ਬੋਲਿਆ ਨਹੀਂ ਹੈ। ਕਹਿਤ ਭਇਓ ਦਿਓ ਦਰਸ਼ਨ ਦਾਨਾ। ਫਿਰ ਕਹਿੰਦਾ ਨਹੀਂ ਮਹਾਰਾਜ, ਨਹੀਂ ਕੋਈ ਇੱਛਾ, ਕਿਰਪਾ ਕਰਕੇ ਬਸ ਮਹਾਰਾਜ ਦਰਸ਼ਨਾਂ ਦਾ ਹੀ ਦਾਨ ਬਖਸ਼ੀ ਰੱਖੋ, ਤੁਹਾਡੇ ਦਰਸ਼ਨ ਹੁੰਦੇ ਰਹਿਣ। ਤਿਸਕੇ ਮਨ ਕੀ ਗਤ ਕੋ ਜਾਨ। ਗੁਰੂ ਰਾਮਦਾਸ ਮਹਾਰਾਜ ਜੀ ਜਾਣ ਗਏ ਵੀ ਇਹਦੇ ਮਨ ਵਿੱਚ ਕੀ ਹੈ, ਤੇ ਦੁਬਿਧਾ ਕੀ ਪਈ ਹੋਈ ਹੈ ਵੀ ਜਾਣ ਗਏ ਵੀ ਇਹ ਸੰਗਦੇ ਹੈ, ਸ਼ਰਮ ਕਰਕੇ ਲੱਜਾ ਮਨਾਉਂਦੇ ਐ, ਮੰਗਦੇ ਨਹੀਂ ਐ। ਕਹਿਓ ਗੁਰੂ ਜਾਵਹੁ ਨਿਜ ਥਾਨ। ਗਰੀਬ ਨਵਾਜ ਕਹਿੰਦੇ ਠੀਕ ਆ ਭਾਈ, ਜਾਓ ਫਿਰ ਆਪਦੇ ਤੰਬੂ ਵਿੱਚ ਪਹੁੰਚੋ। ਦੋਹਰਾ ਜਾਚੋ ਜਾਏ ਨਾ ਤੋਹੇ ਤੇ। ਮਹਾਰਾਜ ਜਦੋਂ ਇਹ ਮੁੜਿਆ ਨਾ, ਬਾਬਾ ਆਦਮ ਮਹਾਰਾਜ ਨੂੰ ਮੱਥਾ ਟੇਕ ਕੇ ਮਹਾਰਾਜ ਕਹਿੰਦੇ ਨਾ ਜਾਓ ਭਾਈ ਫਿਰ ਆਪਦੇ ਆਰਾਮ ਕਰੋ ਜੇ ਨਹੀਂ ਕੁਝ ਲੈਣਾ। ਜਦੋਂ ਬਾਬਾ ਆਦਮ ਮੁੜਿਆ ਤੇ ਜਦੋਂ ਮਹਾਰਾਜ ਵੱਲ ਪਿੱਛਾ ਕਰਕੇ ਤੁਰਿਆ ਤੇ ਮਹਾਰਾਜ ਫਿਰ ਤੁਰਦੇ ਨੂੰ ਬੋਲੇ ਐ। ਗਰੀਬ ਨਵਾਜ ਕਹਿੰਦੇ ਭਾਈ ਸਿੱਖਾ, ਦੇਣ ਨੂੰ ਤਾਂ ਅਸੀਂ ਬਹੁਤ ਕੁਝ ਦੇ ਦਈਏ, ਪਰ ਤੇਥੋਂ ਮੰਗਿਆ ਹੀ ਕੁਝ ਨਹੀਂ ਗਿਆ, ਤੈਨੂੰ ਮੰਗਣਾ ਨਹੀਂ ਆਇਆ ਹੈ। ਪੁਨ ਆਵਹ ਪੁਨ ਸਾਰੋ। ਪਰ ਕੋਈ ਗੱਲ ਨਹੀਂ, ਤੇਰੀ ਸੇਵਾ ਵੱਡੀ ਹੈ, ਦੇਵਾਂਗੇ, ਸਵੇਰੇ ਫੇਰ ਆ ਜਾਣਾ। ਸਵੇਰੇ ਫਿਰ ਮਨ ਨਾਲ ਸਲਾਹ ਕਰਕੇ ਤੇ ਪਹੁੰਚ ਜਾਈਓ। ਸੇਵਾ ਤੇਰੀ ਸਫਲ ਹੋਏ। ਕਿਉਂਕਿ ਤੇਰੀ ਸੇਵਾ ਸਫਲੀ ਹੋ ਗਈ ਹੈ। ਬਾਸ਼ਤ ਦਾ ਕਰਤਾਰ। ਜੋ ਮੰਗੇਗਾ ਉਹੀ ਅਸੀਂ ਦੇਣਾ ਕਰਾਂਗੇ। ਚਾਪਈ ਆਦਮ ਜਾਟ ਗਇਓ ਨਿਜ ਡੇਰੇ। ਆਪਣੇ ਤੰਬੂ ਵਿੱਚ ਪਹੁੰਚਿਆ ਇਹ ਬਜ਼ੁਰਗ ਬਾਬਾ ਆਦਮ ਜੀ। ਸੋਚਤ ਚਿਤ ਮਹਿ ਚਿੰਤਕ ਨੇਰੇ। ਤੇ ਚਿੰਤਾ ਬੜੀ ਹੈ ਤੇ ਗਿਣਤੀਆਂ ਮਿਣਤੀਆਂ ਕਰਦਾ, ਮੱਥੇ ਵੱਟ ਪਏ ਹੋਏ ਹੈ, ਆਪਣੇ ਤੰਬੂ ਵਿੱਚ ਪਹੁੰਚਿਆ ਹੈ। ਬੂਝਿਓ ਤਬ ਹੈ ਭਾਰ ਜਾਨ। ਤੇ ਜਾ ਕੇ ਦੇ ਘਰੋਂ ਮਾਈ ਨੇ ਆਏ ਨੂੰ ਪੁੱਛਿਆ ਹੈ ਇਸ ਤਰ੍ਹਾਂ, ਲੈ ਪੀ ਆਏ ਵੋ ਗੁਰ ਤੇ ਦਾਨ। ਵੀ ਜੋ ਲੈਣ ਗਏ ਸੀ ਜਾਂ ਇੱਛਾ ਰੱਖ ਕੇ, ਪੁੱਤਰ ਦੀ ਇੱਛਾ ਰੱਖ ਕੇ ਇੰਨੇ ਸਮਾਂ ਸੇਵਾ ਕੀਤੀ, ਤੇ ਗੁਰੂ ਰਾਮਦਾਸ ਮਹਾਰਾਜ ਨੇ ਸੱਦਾ ਭੇਜਿਆ ਵੀ ਮੰਗੋ, ਕੀ ਮੰਗਣਾ? ਤੇ ਇਹ ਪਤੀ ਜੀ ਲੈ ਆਇਆ ਕਿ ਨਹੀਂ ਖਾਲੀ ਹੱਥੀ ਆ ਗਿਆ? ਲਿਆਂਦਾ ਵੀ ਭਾਵ ਜਿਹੜੀ ਇੱਛਾ ਮਨ ਦੀ ਜਾਂ ਜਿਹੜਾ ਕੁਝ ਆਪਾਂ ਨੂੰ ਚਾਹੀਦਾ ਹੈ, ਜੋ ਰੱਖ ਕੇ ਸੰਕਲਪ ਮਨ ਵਿੱਚ ਇੰਨੇ ਸਮੇਂ ਤੋਂ ਸੇਵਾ ਕਰਦੇ ਆ, ਤੇ ਕੀ ਗੁਰੂ ਰਾਮਦਾਸ ਪਾਸ ਮਹਾਰਾਜ ਤੋਂ ਲੈ ਕੇ ਆਂਦਾ ਕਿ ਉਵੇਂ ਮੂੰਹ ਲਮਕਾ ਕੇ ਖਾਲੀ ਹੱਥੀ ਆ ਗਏ ਹੋ? ਕਹਿਤ ਭਇਓ ਸੁਤ ਕੀ ਅਬੇਲਾਖਾ। ਤੇ ਫਿਰ ਉਹ ਕਹਿੰਦਾ ਬਾਬਾ ਆਦਮ ਕਹਿੰਦਾ ਜਿਹੜੀ ਸੁੱਤਰ ਜਿਹੜੀ ਵੈ ਪੁੱਤ ਦੀ ਅਬਲਾਖਾ ਇੱਛਾ ਹੈ ਨਾ, ਜਿਹੜੀ ਪੁੱਤਰ ਮੰਗਣ ਦਾਤ ਮੰਗਣੀ ਸੀ ਪੁੱਤਰ ਵਾਲੀ, ਸੁਖ ਚਿਤ ਗੁਰੂ ਟਿਗ ਜਾਏ ਨਾ ਪਾਖਾ। ਇਹ ਭਗਵਾਨ ਨੇ ਮੈਥੋਂ ਬੋਲਿਆ ਹੀ ਨਹੀਂ ਗਿਆ, ਮੈਂ ਸੰਕੁਚਿਤ ਪਈ ਭਾਵ ਕਿ ਥੋੜਾ ਸ਼ਰਮਿੰਦਾ ਹੋ ਗਿਆ ਵੀ ਮੈਂ ਆਖਿਆ ਵੇਡੀ ਸੰਗਤ ਵਿੱਚ ਕੀ ਬੋਲਾਂ। ਗੁਰੂ ਰਾਮਦਾਸ ਮਹਾਰਾਜ ਵਾਰ-ਵਾਰ ਕਹਿੰਦੇ ਸੀ ਮੰਗੋ, ਕੀ ਮੰਗਣਾ ਭਾਈ? ਇਹ ਬਜ਼ੁਰਗ ਬਾਬਾ ਮੰਗ ਕੀ ਲੈਣਾ?
ਪਰ ਜਾ ਸੱਚ ਜਾਣੀ ਮੈਥੋਂ ਮੰਗਿਆ ਹੀ ਨਹੀਂ ਗਿਆ, ਮੈਂ ਸ਼ਰਮਿੰਦਾ ਹੋ ਗਿਆ, ਭਾਵ ਸੰਗ ਆ ਗਈ ਸੀ। ਆਰ ਬਲਾ ਮੇਰੀ ਅਰ ਤੇਰੀ। ਬਾਕੀ ਕਹਿੰਦਾ ਵੀ ਕੀ ਸੁਣ ਭਾਈ ਪਤਨੀ, ਵੀ ਹੁਣ ਤੇਰੀ ਤੇ ਮੇਰੀ ਜਿਹੜੀ ਉਮਰ ਹੋ ਚੁੱਕੀ ਹੈ, ਸੰਤਤ ਸਮੈ ਨਾ ਬਿਤੀ ਬਰ ਐਸੇ। ਵੀ ਆਪਣੀ ਸਾਰੀ ਜਿਹੜੀ ਸ਼੍ਰੇਸ਼ਟ ਉਮਰ ਉਹ ਲੰਘ ਚੁੱਕੀ ਹੈ, ਤੇ ਹੁਣ ਇਹ ਸੰਤਾਨ ਦੀ ਉਮਰ ਨਹੀਂ, ਭਾਵ ਪੁੱਤਰ ਦੀ ਪ੍ਰਾਪਤੀ ਵਾਲੀ ਉਮਰ ਆਪਣੀ ਰਹੀ ਨਹੀਂ ਹੈ। ਭਏ ਬ੍ਰਿਧ ਸਤ ਹੋਏ ਨਾ ਕੈਸੇ। ਵੀ ਹੁਣ ਆਪਾਂ ਬਿਰਧ ਬੁੱਢੇ ਹੋ ਚੁੱਕੇ ਹਾਂ, 70-80 ਵਰੇ ਆਪਣੀ ਉਮਰ ਹੈ। ਹੁਣ ਆਪਣੇ ਜਿਹੜੇ ਵੈ ਘਰ ਵਿੱਚ ਕਿੱਥੇ ਪੁੱਤਰ ਹੋਣ ਲੱਗਾ, ਇਹ ਵਿਚਾਰ ਕਰਕੇ ਮੈਂ ਕੁਝ ਨਹੀਂ ਬੋਲਿਆ ਹਾਂ। ਦੇਹੋ ਦਰਸ਼ਨ ਆਪਣੋ ਬਰ ਐਸੇ। ਤੇ ਬਸ ਮੈਂ ਆਖਿਆ ਵੀ ਹੁਣ ਪੁੱਤਰ ਕਿੱਥੇ ਹੋਣਾ, ਉਮਰ ਕਿੰਨੀ ਹੋ ਚੁੱਕੀ ਹੈ। ਤੇ ਇਹ ਵਿਚਾਰ ਕਰਕੇ ਮੈਂ ਇੰਨਾ ਹੀ ਕਿਹਾ, ਮਹਾਰਾਜ ਬਸ ਆਪਦੇ ਦਰਸ਼ਨ ਬਖਸ਼ੀ ਰੱਖਣੇ ਜੀ। ਚਲਤਿਓ ਪੁਨ ਮੁਝ ਸੋ ਗੁਰ ਭਾਖਾ। ਪਰ ਇੱਕ ਹੋਰ ਹੈ ਵੀ ਜਦੋਂ ਮੈਂ ਮੁੜਿਆ ਨਾ ਮਹਾਰਾਜ ਦੇ ਦਰਸ਼ਨ ਕਰਕੇ, ਤੇ ਚਲਦਿਆਂ ਨੂੰ ਹਜ਼ੂਰ ਨੇ ਮਹਾਰਾਜ ਨੇ ਇੱਕ ਬਚਨ ਆਖਿਆ ਹੈ। ਪੂਰ ਆਏ ਜਾ ਚਾਹ ਜੋ ਕਾਂਖਾ। ਮਹਾਰਾਜ ਨੇ ਇਹ ਪਤਨੀ ਇੱਕ ਮੌਕਾ ਦਿੱਤਾ ਵੀ ਸਵੇਰੇ ਫੇਰ ਆ ਜਾਣਾ, ਜੇ ਕੁਝ ਦਰਸ਼ਨ ਤਾਂ ਦਿੱਤੇ ਹੀ ਹੈ ਤੁਹਾਨੂੰ, ਹੋਰ ਮੰਗ ਲਓ ਕੁਝ ਮੰਗਣਾ, ਸਵੇਰੇ ਫਿਰ ਆ ਜਾਣਾ, ਇਸ ਤਰ੍ਹਾਂ ਮਹਾਰਾਜ ਆਖ ਰਹੇ ਆ। ਸੁਣਤ ਭਾਰ ਜਾ ਭਈ ਉਦਾਸ। ਸੁਣ ਕੇ ਪਤਨੀ ਜਿਹੜੀ ਆ ਬੀਬੀ ਮਾਈ, ਉਹ ਮਾਤਾ ਬਹੁਤ ਉਦਾਸ ਹੋਈ ਹੈ ਵੀ ਇੱਥੋਂ ਮੰਗਿਆ ਹੀ ਕੁਝ ਨਹੀਂ ਗਿਆ, ਮਹਾਰਾਜ ਤਾਂ ਦੇਣ ਲੱਗੇ ਸੀ। ਪਤ ਸੋ ਕਹੈ ਪੂਰੇ ਗੁਰ ਪਾਸ। ਤੇ ਫਿਰ ਬੋਲੀ ਆਪਣੇ ਪਤੀ ਨੂੰ, ਕਿਹੇ ਪਤੀ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪੂਰੇ ਗੁਰੂ ਹੈ, ਤੁਸੀਂ ਪੂਰੇ ਗੁਰਾਂ ਦੇ ਪਾਸ ਗਏ ਸੀ। ਸੁਤ ਕੀ ਕਰਹਾ ਜਾਏ ਅਰਦਾਸ। ਤੇ ਮੈਂ ਤਾਂ ਕਹਿੰਨੀ ਆ ਵੀ ਸਵੇਰੇ ਅੰਮ੍ਰਿਤ ਵੇਲੇ ਜਦੋਂ ਦੀਵਾਨ ਵਿੱਚ ਮਹਾਰਾਜ ਜੀ ਪੁੱਛਣਗੇ ਨਾ ਵੀ ਕੀ ਲੈਣਾ, ਤੇ ਮੇਰੇ ਆਖੇ ਲੱਗੋ ਤੇ ਮਹਾਰਾਜ ਨੂੰ ਬੇਨਤੀ ਕਰ ਦਿਓ, ਅਰਦਾਸ ਕਰ ਦਿਓ ਵੀ ਮਹਾਰਾਜ ਘਰ ਵਿੱਚ ਕੁਝ ਹੈ ਨਹੀਂ, ਭਾਵ ਹੈ ਸਾਰਾ ਕੁਝ ਹੈ ਪਰ ਕੁਝ ਨਹੀਂ ਹੈ, ਭਾਵ ਹੈ ਸਾਰਾ ਕੁਝ ਤੇ ਖਾਣ ਵਾਲਾ ਕੋਈ ਨਹੀਂ ਹੈ। ਹੇ ਪਤੀ ਜੀ, ਇਸ ਤਰ੍ਹਾਂ ਆਪ ਸੰਗ ਲਾਹ ਕਰਕੇ ਤੇ ਮਹਾਰਾਜ ਦੇ ਚਰਨੀ ਬੇਨਤੀ ਕਰ ਦੇਣਾ ਕੱਲ ਨੂੰ। ਹਮਰੀ ਪੂਰਨ ਕਰਹਿ ਆਸ। ਤੇ ਮੈਨੂੰ ਭਰੋਸਾ ਹੈ ਵੀ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ, ਇਹ ਜ਼ਰੂਰ ਸਾਡੀ ਮਨ ਦੀ ਕਾਮਨਾ ਪੂਰੀ ਕਰਨਗੇ। ਸ਼ੁਸ਼ਕ ਬ੍ਰਿਛ ਕੋ ਹਰੇ ਕਰੰਤਾ। ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਮਰੱਥ ਸੱਚੇ ਪਾਤਸ਼ਾਹ ਤਾਂ ਸੁੱਕੇ ਹੋਏ ਰੁੱਖਾਂ ਨੂੰ ਹਰੇ ਕਰ ਦਿੰਦੇ ਆ। ਸ਼ੁਸ਼ਕ ਤਾਲ ਕੋ ਸੁਭਰ ਪਰੰਤਾ। ਇਹ ਖਾਲੀ ਸਰੋਵਰਾਂ ਨੂੰ ਭਰ ਦੇਣ ਵਾਲੇ ਐ, ਸੁੱਕੇ ਰੁੱਖਾਂ ਨੂੰ ਹਰੇ ਕਰ ਦੇਣ ਵਾਲੇ ਐ। ਸਮਰੱਥ ਹੈ ਅਨਹੋਨੀ ਕਰੈ। ਇਹ ਸਮਰੱਥ ਹੈ ਗੁਰੂ ਨਾਨਕ ਪਾਤਸ਼ਾਹ ਦਾ ਘਰ ਪਤੀ ਜੀ, ਅਣਹੋਣੀ ਜਿਹੜੀ ਨਹੀਂ ਹੋਣ ਵਾਲੀ ਨਾ ਉਹ ਵੀ ਕਰ ਦਿੰਦੇ ਐ। ਸੱਚੇ ਪਾਤਸ਼ਾਹ ਜੀ ਨਾ ਹੋਣ ਵਾਲੀ ਕਾਰਜ ਵੀ ਉਹ ਕਰਨ ਦੇ ਵਿੱਚ ਸਮਰੱਥ ਹਨ। ਸ੍ਰੀ ਮੁਖ ਬਾਕ ਨ ਕਬਹੂ ਫਿਰੈ। ਤੇ ਗੁਰੂ ਰਾਮਦਾਸ ਮਹਾਰਾਜ ਦੇ ਮੁਖੋਂ ਨਿਕਲਿਆ ਹੋਇਆ ਕੋਈ ਬਚਨ, ਇਹ ਮੇਰੇ ਪਤੀ ਸਿਰ ਦੇ ਸਾਈਂ, ਸਤਿਗੁਰਾਂ ਦੇ ਮੁਖੋਂ ਨਿਕਲਿਆ ਹੋਇਆ ਵਾਕ ਕਦੇ ਖਾਲੀ ਨਹੀਂ ਜਾਂਦਾ। ਜੋ ਮਹਾਰਾਜ ਜੀ ਬੋਲਦੇ ਉਹ ਜਿਹੜਾ ਤ੍ਰੈਕਾਲ ਆਬਾਦ ਹੁੰਦਾ ਹੈ ਉਹ ਸੱਚ ਹੁੰਦਾ ਹੈ। ਪਤ ਕੋ ਸਮਝਾਵਤ ਤਿਸ ਭਾਂਤੀ। ਇਹ ਬਜ਼ੁਰਗ ਮਾਤਾ ਬਹੁਤ ਸਿਆਣੀ ਸੀ, ਵਾਰ-ਵਾਰ ਤਰੀਕੇ ਨਾਲ ਪ੍ਰੇਮ ਨਾਲ ਆਪਦੇ ਪਤੀ ਨੂੰ ਸਮਝਾਉਂਦੀ ਹੈ। ਕਰੀ ਬਤੀਤਨ ਦੰਪਤ ਰਾਤੀ। ਇਹਨਾਂ ਦੋਵਾਂ ਨੇ ਨਾ ਸਲਾਹ ਕਰਦੇ, ਹੁਣ ਚਾਅ ਵੀ ਬਹੁਤ ਹੈ ਨਾ ਵੀ ਮਹਾਰਾਜ ਤਰੁੱਠੇ ਹੈ ਤੇ ਇਹਨਾਂ ਦਾ ਬਚਨ ਵੀ ਪੂਰਾ ਹੋਵੇਗਾ, ਤੇ ਆਪਸ ਵਿੱਚ ਸਲਾਹਾਂ ਕਰਦਿਆਂ ਸਾਰੀ ਰਾਤ ਬਤੀਤ ਕਰ ਦਿੱਤੀ ਹੈ। ਭਈ ਪੂਰ ਗੁਰ ਨੇ ਸਿੱਖ ਭੇਜਾ। ਦਿਨ ਚੜਿਆ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਭੇਜਿਆ ਸਿੱਖ ਵੀ ਜਾਓ ਉਹ ਬਜ਼ੁਰਗ ਨੂੰ ਬੁਲਾ ਕਰਕੇ ਲਿਆਓ। ਮਹਾਰਾਜ ਨੇ ਸਿੱਖ ਭੇਜ ਦਿੱਤਾ ਹੈ। ਫਲ ਸੇਵਾ ਕੋ ਸੁਭ ਬਰ ਲੇਜਾ। ਤੇ ਜਾ ਕੇ ਆਖੋ ਬਜ਼ੁਰਗ ਬਾਬੇ ਆਦਮ ਨੂੰ ਵੀ ਲੈ ਆ ਜਾ, ਆਪਦੀ ਸੇਵਾ ਦਾ ਫਲ ਲੈ ਜਾ, ਲੈ ਕੇ ਜਾਣਾ ਹੈ। ਤਬ ਦੰਪਤ ਗਮਨੇ ਗੁਰ ਪਾਸ। ਸਿੱਖ ਆਇਆ, ਉਹਨੇ ਸੁਨੇਹਾ ਦਿੱਤਾ ਵੀ ਮਹਾਰਾਜ ਬੁਲਾਉਂਦੇ ਆ, ਤੇ ਉਹ ਫਿਰ ਬੀਬੀ ਕਹਿੰਦੀ ਆ ਵੀ ਪਤੀ ਜੀ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਅੱਜ। ਉਹ ਮਾਤਾ ਬਾਬਾ ਆਦਮ ਦੇ ਨਾਲ ਆਈ, ਦੋਵੇਂ ਪਤੀ ਪਤਨੀ ਪਹੁੰਚੇ ਆ। ਕਰੀ ਬੰਦਨਾ ਧਰੇ ਹੁਲਾਸ। ਬੜੇ ਖੁਸ਼ੀ ਹੱਸ ਕੇ ਮਹਾਰਾਜ ਦੇ ਚਰਨੀ ਮੱਥਾ ਟੇਕਿਆ ਵੈ। ਸ੍ਰੀ ਗੁਰੂ ਰਾਮਦਾਸ ਜੀ ਕਹਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਇਹਨਾਂ ਦੇ ਤਾਈਂ ਬੋਲੇ। ਆਇਆਂ ਨੂੰ ਵੇਖਿਆ ਮਹਾਰਾਜ ਗਰੀਬ ਨਵਾਜ ਆਖ ਰਹੇ ਆ। ਜਾ ਚਾਹ ਬਰ ਬਾਸ਼ਤ ਜੋ ਆਹਾ। ਮਹਾਰਾਜ ਕਹਿੰਦੇ ਹਾਂਜੀ ਆਓ ਜੀ, ਮੰਗੋ ਕੀ ਮੰਗਣਾ ਭਾਈ, ਤੁਹਾਡੀ ਸੇਵਾ ਸਫਲੀ ਹੋਈ ਹੈ, ਅਸੀਂ ਸਭ ਕੁਝ ਦੇਣ ਨੂੰ ਤਿਆਰ ਹਾਂ,
ਮਨ ਵਿੱਚ ਜੋ ਵੀ ਸੰਕਲਪ ਹੈ ਨਾ ਉਹ ਅੱਜ ਮੰਗ ਲੈਣਾ ਕਰੋ। ਜੋ ਇੱਛਾ ਹੈ ਉਹ ਅੱਜ ਦੱਸਣੀ ਕਰੋ ਜੀ। ਹਾਥ ਜੋੜ ਦੰਪਤ ਨੇ ਪਾਖਾ। ਤੇ ਦੋਵੇਂ ਹੱਥ ਜੋੜਿਓ, ਮਾਈ ਨੇ ਵੀ ਨਾਲ ਜੋੜ ਲੈ ਬਾਬਾ ਆਦਮ ਜੀ। ਜੋੜ ਕੇ ਹੱਥ ਫਿਰ ਇਉਂ ਬੋਲੇ ਆ, ਸ੍ਰੀ ਸਤਿਗੁਰ ਹਮ ਆਸੋ ਅਭਿਲਾਖਾ। ਸੱਚੇ ਪਾਤਸ਼ਾਹ ਜੀ, ਮਹਾਰਾਜ ਜੇ ਪੁੱਛਦੇ ਹੋ ਨਾ ਤਰੁੱਠੇ ਹੋ, ਤੇ ਸਾਡੇ ਮਨ ਵਿੱਚ ਮਹਾਰਾਜ ਜੀ ਇਹ ਫੁਰਨਾ ਹੈ, ਇਹ ਸੰਕਲਪ ਇੱਛਾ ਹੈ। ਦੇਹੋ ਬਚਨ ਤੇ ਪੁੱਤਰ ਹਮਾਰੇ। ਤੇ ਮਹਾਰਾਜ ਆਪ ਕਿਰਪਾ ਕਰੋ, ਕੋਈ ਬਚਨ ਦਿਓ ਮਹਾਰਾਜ, ਇਹੋ ਜਿਹਾ ਵਾਕ ਕਰੋ ਮਹਾਰਾਜ ਵੀ ਸਾਡੇ ਘਰ ਪੁੱਤਰ ਹੋਵੇ, ਸਾਨੂੰ ਸੰਤਾਨ ਦਾ ਸੁੱਖ ਮਿਲੇ। ਸਾਡੇ ਘਰ ਵਿੱਚ ਕੋਈ ਸੰਤਾਨ ਨਹੀਂ ਹੈ। ਸਰਬ ਬੰਸ ਹਵੈ ਸਿੱਖ ਤੁਮਾਰੇ। ਤੇ ਮਹਾਰਾਜ ਫਿਰ ਇਹ ਵੀ ਸਾਨੂੰ ਵਰਦਾਨ ਦਿਓ ਵੀ ਸਾਡੇ ਘਰ ਪੁੱਤਰ ਹੋਵੇ। ਤੇ ਉਹਦੇ ਅੱਗੇ ਵੇਖੋ ਹੁਣ ਮਾਈ ਦਾ ਤਰੀਕਾ ਨਾ ਮੰਗਣ ਦਾ, ਮਹਾਰਾਜ ਸਾਰੀ ਵੰਸ਼ ਨੂੰ ਸਿੱਖੀ ਦਿਓ। ਭਾਵ ਵੀ ਉਹਦੇ ਘਰੇ ਵੀ ਅੱਗੇ ਬੰਸਾਵਲੀ ਮੰਗ ਲਈ। ਮਹਾਰਾਜ ਇਹੋ ਜਿਹਾ ਵਰਦਾਨ ਦਿਓ, ਸਾਡੇ ਘਰੇ ਔਲਾਦ ਨਹੀਂ, ਪੁੱਤਰ ਹੋਵੇ ਤੇ ਉਹਦੀ ਗਾਂ ਅੱਗੇ ਅੰਸ ਬੰਸ ਜਿੰਨੀ ਹੈ ਸਾਰੀ ਦੀ ਸਾਰੀ ਤੁਹਾਡੀ ਸਿੱਖ ਹੋਵੇ। ਸਭ ਨੂੰ ਨਾਲ ਸਿੱਖੀ ਬਖਸ਼ੋ ਜੀ। ਸੁਨਤ ਸਤਿਗੁਰੂ ਧਿਆਨ ਲਗਾਏਵੋ। ਤੇ ਗੁਰੂ ਰਾਮਦਾਸ ਮਹਾਰਾਜ ਜੀ ਸੁਣ ਕੇ ਇਹਨਾਂ ਦੀ ਬੇਨਤੀ ਨੇਤਰ ਬੰਦ ਕਰ ਲਏ। ਹਜ਼ੂਰ ਨੇ ਧਿਆਨ ਲਾਇਆ ਹੈ। ਦੇਖ ਰਹੇ ਕੁਛ ਨਹਿ ਦਰਸਾਏਵੋ। ਤੇ ਗਰੀਬ ਨਵਾਜ ਬੜਾ ਸਮਾਂ ਧਿਆਨ ਧਰ ਕੇ ਸਜ ਰਹੇ ਹੈ। ਜਦ ਮਹਾਰਾਜ ਗਰੀਬ ਨਵਾਜ ਧਿਆਨ ਵਿੱਚ ਦ੍ਰਿਸ਼ਟੀ ਮਾਰ ਰਹੇ, ਕੁਝ ਦਿਸਦਾ ਨਹੀਂ ਹੈ। ਕਿਤਕ ਦੇਰ ਤੇ ਸ੍ਰੀ ਗੁਰ ਪ੍ਰਾਹੀ। ਤੇ ਉਹ ਕਈ ਕਹਿੰਦੇ ਵੀ ਇੱਕ ਪੈਰ 3 ਘੰਟਿਆਂ ਦਾ ਹੁੰਦਾ। 3 ਘੰਟੇ ਗੁਰੂ ਗਰੀਬ ਨਵਾਜ ਨੇਤਰ ਬੰਦ ਕਰਕੇ ਸਜੇ ਰਹੇ ਸੀ, ਬੋਲੇ ਨਹੀਂ ਕੁਝ ਵੀ। ਬੜੇ ਲੰਮੇ ਸਮੇਂ ਬਾਅਦ ਮਹਾਰਾਜ ਨੇ ਨੇਤਰ ਖੋਲੇ ਹੈ ਤੇ ਗਰੀਬ ਨਵਾਜ ਇਸ ਤਰ੍ਹਾਂ ਬੋਲੇ ਹੈ, ਤੋਹੇ ਭਾਗ ਮਹਿ ਸੰਤਤ ਨਾਹੀ। ਮਹਾਰਾਜ ਕਹਿੰਦੇ ਭਾਈ ਤੁਹਾਡੇ ਕਰਮਾਂ ਵਿੱਚ ਪੁੱਤਰ ਨਹੀਂ ਹੈ, ਕੋਈ ਔਲਾਦ ਤੁਹਾਡੇ ਕਰਮਾਂ ਵਿੱਚ ਨਹੀਂ, ਤੁਹਾਡੇ ਭਾਗ ਵਿੱਚ ਨਹੀਂ ਹੈ। ਹਿਮ ਕਹਿ ਨੈਣ ਮੂੰਦ ਪੁਨ ਲੀਨੇ। ਤੇ ਇਹੋ ਕਹਿ ਕੇ ਗਰੀਬ ਨਵਾਜ ਨੇ ਫੇਰ ਨੇਤਰ ਬੰਦ ਕਰ ਲਏ ਆ। ਨੀਕੀ ਰੀਤ ਖੋਜੇ ਬੋ ਕੀਨੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਨੇਤਰ ਬੰਦ ਕਰਕੇ ਦ੍ਰਿਸ਼ਟੀ ਮਾਰਦੇ ਖੋਜ ਰਹੇ ਹਨ। ਦੇਖ ਰਹੇ ਸਭ ਹੀ ਬਿਦਤਾ ਹੈ। ਵੀ ਗਰੀਬ ਨਵਾਜ ਕੋਈ ਵਿਧੀ ਲੱਭਦੇ ਵੀ ਕੋਈ ਹੈ ਇਹੋ ਜਿਹਾ ਮੌਕਾ ਬਣਦਾ ਵੀ ਨਾ ਘਰੇ ਪੁੱਤਰ ਪੈਦਾ ਹੁੰਦਾ ਹੋਵੇ, ਇਹਨਾਂ ਨੂੰ ਪੁੱਤਰ ਦਾ ਸੁੱਖ ਮਿਲੇ। ਇਸ ਲਈ ਮਹਾਰਾਜ ਕੋਈ ਨਾ ਕੋਈ ਵਿਧੀ ਉਹ ਵੇਖ ਰਹੇ ਆ। ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦ੍ਰਿਸ਼ਟੀ ਦੇ ਨਾਲ। ਆਦਮ ਭਾਗ ਵਿਖੇ ਸੁਤ ਨਾਹੀ। ਪਰ ਮਹਾਰਾਜ ਜਦੋਂ ਵੇਖਦੇ ਆ ਨਾ ਨੇਤਰ ਬੰਦ ਕਰਕੇ, ਭਾਵ ਪਰਮੇਸ਼ਰ ਦੀ ਲਿਖੀ ਪੜ੍ਹਨ ਵਾਲੇ ਆ ਨਾ ਗੁਰੂ ਰਾਮਦਾਸ ਜੀ, ਜਦੋਂ ਇਹਦੇ ਭਾਗ ਵੱਲ ਅੱਖਾਂ ਬੰਦ ਕਰਕੇ ਬਾਬੇ ਆਦਮ ਦਾ ਭਾਗ ਵੇਖਦੇ, ਕਰਮ ਵੇਖਦੇ ਆ, ਤੇ ਗਰੀਬ ਨਵਾਜ ਫਿਰ ਕਹਿ ਦਿੰਦੇ ਬਾਬਾ ਤੇਰੇ ਘਰ ਕੋਈ ਔਲਾਦ ਨਹੀਂ ਹੋ ਸਕਦੀ, ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਹੈ। ਬਹੁਤ ਕਾਲ ਲਗ ਗੁਰੂ ਵਿਚਾਰਾ। ਤੇ ਬੜੇ ਸਮੇਂ ਤੱਕ ਮਹਾਰਾਜ ਫੇਰ ਨੇਤਰ, ਕਿਉਂਕਿ ਮਹਾਰਾਜ ਨੇ ਕਿਹਾ ਹੋਇਆ ਨਾ ਵੀ ਮੰਗੋ ਕੀ ਮੰਗਣਾ, ਕੋਈ ਇਹੋ ਜਿਹੀ ਵਸਤੂ ਨਹੀਂ ਅਸੀਂ ਜਿਹੜੀ ਨਾ ਦਈਏ ਤੁਹਾਨੂੰ। ਗਰੀਬ ਨਵਾਜ ਨੇ ਬਚਨ ਦਿੱਤਾ ਹੋਇਆ, ਸੂਰਬੀਰ ਬਚਨ ਕੇ ਬਲੀ। ਗਰੀਬ ਨਵਾਜ ਫਿਰ ਨੇਤਰ ਬੰਦ ਕਰ ਲੈਂਦੇ ਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਿੰਨਾ ਸਮਾਂ ਹੀ ਕਰ ਰਹੇ ਆ ਵਿਚਾਰ। ਪੁਨਹ ਸਿੱਖ ਸੋ ਬਾਕ ਉਚਾਰਾ। ਜਦੋਂ ਮਹਾਰਾਜ ਨੇ ਵੇਖਿਆ ਵੀ ਇਹਨਾਂ ਦੇ ਭਾਗ ਵਿੱਚ ਪੁੱਤਰ ਕੋਈ ਨਹੀਂ, ਗਰੀਬ ਨਵਾਜ ਨੇ ਫਿਰ ਆਖਿਆ ਇਹਨਾਂ ਦੋਹਾਂ ਦੇ ਤਾਈਂ ਸਿੱਖ ਬਾਬੇ ਆਦਮ ਨੂੰ ਮਹਾਰਾਜ ਆਖਦੇ ਆ, ਭਲੀ ਭਾਂਤ ਹਮ ਖੋਜਨ ਕੀਨਾ। ਕਿ ਬਜ਼ੁਰਗ ਬਾਬਾ ਆਦਮ ਜੀ ਅਸੀਂ ਭਲੀ ਪ੍ਰਕਾਰ ਚੰਗੀ ਤਰ੍ਹਾਂ ਤੁਹਾਡਾ ਭਾਗ ਵੇਖਿਆ ਹੈ। ਤੋਹੇ ਭਾਗ ਹੈ ਸੰਤਤ ਹੀਨਾ। ਤੇ ਜਾਣ ਲਓ ਆਦਮ ਜੀ ਤੁਹਾਡੇ ਜਿਹੜਾ ਭਾਗ ਹੈ ਨਾ, ਕਰਮ ਹੈ, ਉਹ ਪੁੱਤਰ ਤੋਂ ਹੀਣਾ ਹੈ। ਤੁਹਾਡੇ ਕਰਮਾਂ ਵਿੱਚ ਭਾਗ ਵਿੱਚ ਔਲਾਦ ਨਹੀਂ ਹੈ। ਗੁਰ ਕੀ ਸੇਵਾ ਕੀਨ ਮਹਾਨਾ। ਪਰ ਗੱਲ ਇਹ ਹੈ ਵੀ ਹੁਣ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਵੱਡੀ ਸੇਵਾ ਕੀਤੀ, ਸੰਗਤਾਂ ਦੀ ਖੁਸ਼ੀ ਲਈ ਹੋਈ ਹੈ, ਜਿਸ ਤੇ ਹਮਨੇ ਬਾਕ ਬਖਾਨਾ। ਤੇ ਜਿਸ ਕਰਕੇ ਅਸੀਂ ਤੁਹਾਨੂੰ ਬਚਨ ਕਹਿ ਦਿੱਤਾ ਸੀ ਵੀ ਅਸੀਂ ਮੰਗੋ ਕੀ ਮੰਗਦੇ ਹੋ, ਜੋ ਵੀ ਮੰਗੋਗੇ ਅਸੀਂ ਦੇਵਾਂਗੇ। ਤੁਹਾਡੀ ਸੇਵਾ ਵੇਖ ਕੇ ਅਸੀਂ ਇਹ ਬਚਨ ਕੀਤਾ ਹੋਇਆ ਹੈ। ਇਹ ਕਾਰਨ ਤੇ ਮੈਂ ਨਿਜ ਅੰਸ। ਇਸ ਕਰਕੇ ਹੁਣ ਅਸੀਂ ਪੁੱਤਰ ਤੁਸੀਂ ਮੰਗਿਆ ਤੇ ਤੁਹਾਡੇ ਭਾਗ ਵਿੱਚ ਪੁੱਤਰ ਨਹੀਂ ਹੈ, ਇਸ ਲਈ ਅਸੀਂ ਆਪਣੀ ਨਿਜ ਭਗਤੀ ਦੀ ਅੰਸ਼ ਦੇ ਵਿੱਚੋਂ, ਭਗਤੀ ਦੀ ਸੱਤਾ ਵਿੱਚੋਂ ਜਨਮੋ ਤਵ ਗ੍ਰਹਿ ਬਿਰਧ ਹੈ ਅਪੰਸ। ਤੇ ਤੁਹਾਡੇ ਘਰ ਵਿੱਚ ਪੁੱਤਰ ਜੰਮੇਗਾ ਸਾਡੀ ਭਗਤੀ ਦੀ ਅੰਸ਼ ਵਿੱਚੋਂ, ਜਿਹੜਾ ਤੁਹਾਡੀ ਅੰਸ਼ ਬੰਸ ਨੂੰ ਬਹੁਤ ਵਧਾਵੇਗਾ, ਦੂਰ ਦੂਰ ਤੱਕ ਤੁਹਾਡਾ ਨਾਮ ਹੋਵੇਗਾ। ਭਗਤ ਸਰੂਪ ਹੋਏ ਲਖ ਲੀਜੈ। ਤੇ ਜਾਣ ਲਓ ਬੱਚਾ ਜਿਹੜਾ ਹੋਵੇਗਾ ਉਹ ਭਗਤੀ ਦਾ ਸਰੂਪ ਹੋਵੇਗਾ। ਭਾਵ ਤੁਹਾਡੇ ਘਰ ਵਿੱਚ ਊਂ ਤਾਂ ਪੁੱਤਰ ਨਹੀਂ ਹੋਣਾ ਸੀ, ਹੁਣ ਭਗਤੀ ਪੁੱਤਰ ਦਾ ਰੂਪ ਧਾਰ ਕਰਕੇ ਪੈਦਾ ਹੋਵੇਗੀ। ਅਸੀਂ ਆਪਦੀ ਭਗਤੀ ਨੂੰ
ਤੁਹਾਡੇ ਪੁੱਤਰ ਦੇ ਰੂਪ ਵਿੱਚ ਪੈਦਾ ਕਰਾਂਗੇ, ਤੁਹਾਡੇ ਪੁੱਤਰ ਦੇ ਰੂਪ ਵਿੱਚ ਤੁਹਾਡੇ ਘਰ ਵਿੱਚ ਜਨਮੇਗੀ। ਸ਼ਾਂਤੀ ਭਗਤੂ ਨਾਮ ਰਖੀਜਹਿ। ਤੇ ਉਹ ਭਗਤੀ ਦਾ ਸਰੂਪ ਹੋਵੇਗਾ, ਇਸ ਕਰਕੇ ਉਹਦਾ ਨਾਮ ਵੀ ਤੁਸਾਂ ਨੇ ਭਾਈ ਭਗਤੂ ਰੱਖਣਾ ਹੈ। ਮੇਰੇ ਅੰਤ ਹੋਣ ਤੇ ਸੋਏ। ਪਰ ਇਹ ਵੀ ਹੈ ਵੀ ਜਦੋਂ ਸਾਡਾ ਅੰਤ ਹੋਵੇਗਾ, ਜਦੋਂ ਅਸੀਂ ਸੱਚਖੰਡ ਚਲੇ ਜਾਵਾਂਗੇ, ਦੇਸ਼ ਅਨੇਕਨ ਕੋ ਗੁਰ ਹੋਏ। ਸਾਡੇ ਸੱਚਖੰਡ ਜਾਣ ਤੋਂ ਬਾਅਦ ਜਦੋਂ ਜਵਾਨ ਹੋਵੇਗਾ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਇਹਦੀ ਬੜੀ ਮਾਨਤਾ ਹੋਵੇਗੀ। ਬੜੀਆਂ ਸੰਗਤਾਂ ਇਹਦੇ ਪਾਸੋਂ ਅਰਦਾਸੇ ਕਰਵਾਉਣਗੀਆਂ, ਬਹੁਤ ਸਿੱਖ ਜਗਤ ਇਹਦੇ ਚਰਨੀ ਲੱਗਿਆ ਕਰੇਗਾ, ਬੜੀ ਮਾਨਤਾ ਹੋਵੇਗੀ। ਤਿਸ ਕੋ ਪਸਰਹਿ ਬੰਸ ਵਿਸ਼ਾਲਾ। ਤੇ ਇਹਦੇ ਤੋਂ ਅੱਗੇ ਤੁਹਾਡੀ ਅੰਸ ਬੰਸ ਬਹੁਤ ਫੈਲ ਜਾਵੇਗੀ, ਬੜੇ ਪਿੰਡ ਵੱਜਣਗੇ ਤੁਹਾਡੇ ਆ ਭਗਤਾ ਭਾਈ ਕਾ। ਇਸ ਤੋਂ ਇਲਾਵਾ ਉਹ ਕੈਂਥਲ ਦੇ ਵਿੱਚ ਵੀ ਇਹਨਾਂ ਦੇ ਘਰ ਬੈਠੇ ਬੜੀ ਥਾਈਂ ਇਹਨਾਂ ਦੇ ਇਹ ਭਾਈ ਕੇ ਵੱਜਦੇ ਆ। ਬੜੇ ਥਾਂ ਤੇ ਮੋਗੇ ਏਰੀਏ ਦੇ ਵਿੱਚ ਜਿਵੇਂ ਭਾਈਕਿਆਂ ਦੇ ਬਹੁਤ ਸਾਧ ਸੰਗਤ ਜੀ ਇਸ ਇਲਾਕੇ ਵਿੱਚ, ਨਗਰ ਬਠਿੰਡਾ, ਮੋਗਾ ਇਤਿਆਦਿਕ ਭਾਈ ਕੇ ਨਗਰ ਜਿਹੜੇ ਆ, ਭਾਈਕਿਆਂ ਦੇ ਬੜੇ ਨਗਰ ਵਸੇ ਹੋਏ ਆ, ਬੜੇ ਘਰ ਹਨ, ਬੜੇ ਵੱਡੇ ਵੱਡੇ ਅਹੁਦੇਦਾਰ ਹਨ। ਗਰੀਬ ਨਵਾਜ ਕਹਿੰਦੇ ਆ, ਇਹ ਬਾਬਾ ਆਦਮ ਇਹ ਤੁਹਾਡਾ ਪੁੱਤਰ ਦੀ ਬੜੀ ਮਾਨਤਾ ਹੋਵੇਗੀ, ਤੁਹਾਡੀ ਅੰਸ ਬੰਸ ਨੂੰ ਬਹੁਤ ਵਧਾਵੇਗਾ, ਫੈਲੇਗੀ। ਬਿਦਤਹਿ ਨਾਮ ਲਖਹਿ ਨਰ ਜਾਲਾ। ਤੇ ਸਾਰਾ ਸੰਸਾਰ ਭਾਈ ਭਗਤੂ ਦੇ ਨਾਮ ਤੋਂ ਜਾਣੂ ਹੋਵੇਗਾ, ਸਭ ਇਹਦੇ ਨਾਮ ਨੂੰ ਜਾਣਿਆ ਕਰਨਗੇ। ਸੁਨ ਬਾਸ਼ਤ ਦਾਨੀ ਬਚ ਗੁਰ ਕੇ। ਤੇ ਇਸ ਤਰ੍ਹਾਂ ਜਦੋਂ ਬਚਨ ਸੁਣੇ ਨਾ, ਦਾਨੀ ਦਾਤੇ ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਨਾ ਬੰਧੂ ਸਤਿਗੁਰਾਂ ਦੇ ਜਦੋਂ ਮੁਖ ਵਾਕ ਸੁਣੇ ਆ, ਬਚਨ ਸੁਣੇ ਹਨ, ਦੰਪਤ ਬੰਦਹਿ ਸਿਰ ਧਰ ਧਰ ਕੇ। ਤੇ ਇਹ ਦੋਵੇਂ ਬਜ਼ੁਰਗ ਮਾਈ ਭਾਈ ਮਾਤਾ ਤੇ ਬਾਬਾ ਬਜ਼ੁਰਗ ਜਿਹੜਾ ਹੈ ਇਹ ਆਦਮ ਜੀ ਸੱਚੇ ਪਾਤਸ਼ਾਹ ਦੇ ਚਰਨੀ ਡਿੱਗ ਪਏ। ਨੇਤਰਾਂ 'ਚ ਜਲ ਹੈ ਵੀ ਮਹਾਰਾਜ ਜਿਹੜੇ ਕਹਿੰਦੇ ਅਸੀਂ ਸੁੱਕੇ ਰੁੱਖਾਂ ਨੂੰ ਫਲ ਨਹੀਂ ਲੱਗਦੇ, ਤੇ ਸਾਰਾ ਸੰਸਾਰ ਪੀਰ ਫਕੀਰ ਅਸੀਂ ਧਿਆ ਕੇ ਹਟ ਗਏ, ਮਹਾਰਾਜ ਕਿਸੇ ਸਾਡੀ ਬਾਂਹ ਨਾ ਫੜੀ। ਜੇ ਅੱਜ ਵਾਕ ਹੋਇਆ, ਵਰਦਾਨ ਹੋਇਆ ਤੇ ਗਰੀਬ ਨਵਾਜ ਤੁਹਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਤੋਂ ਹੋਇਆ। ਇਹ ਵਿਚਾਰ ਕੇ ਤੇ ਸਤਿਗੁਰਾਂ ਦੇ ਚਰਨੀ ਡਿੱਗ ਪਏ ਹਨ। ਆਗਿਆ ਲੈ ਗੁਰ ਕੀ ਬਰ ਪਾਏ। ਤੇ ਮਹਾਰਾਜ ਤੋਂ ਵਰਦਾਨ ਲੈ ਕੇ ਆਗਿਆ ਲਈ ਵੀ ਮਹਾਰਾਜ ਹੁਣ ਸਾਨੂੰ ਖੁਸ਼ੀਆਂ ਬਖਸ਼ੋ ਸੱਚੇ ਪਾਤਸ਼ਾਹ ਜੀ, ਆਗਿਆ ਸਤਿਗੁਰਾਂ ਦੀ ਪ੍ਰਾਪਤ ਕਰਕੇ ਬਸੇ ਜਾਏ ਕਰ ਆਪਣੇ ਥਾਏ। ਤੇ ਆਪਣੇ ਪਿੰਡ ਵਿੱਚ ਆਣ ਵਾਸਾ ਕੀਤਾ ਹੈ, ਘਰ ਆ ਗਏ ਐ। ਬ੍ਰਿਧ ਬੈਸ ਤਨ ਜਰ ਸੋ ਗਰਾਸੇ। ਤੇ ਇਸ ਤਰ੍ਹਾਂ ਬਜ਼ੁਰਗ ਅਵਸਥਾ ਇਹਨਾਂ ਦੋਹਾਂ ਦੀ ਤੇ ਸਰੀਰ ਜਿਹੜੇ ਆ ਬੁਢਾਪੇ ਨਾਲ ਗਰਸੇ ਹੋਏ ਆ, ਜਕੜੇ ਹੋਏ ਹਨ। ਦੰਪਤ ਬਾਸੇ ਆਨ ਅਵਾਸੇ। ਤੇ ਇਸ ਤਰ੍ਹਾਂ ਦੋਵੇਂ ਜੀ ਜਿਹੜੇ ਆ ਪਤੀ ਪਤਨੀ ਆਪਣੇ ਘਰ ਵਿੱਚ ਆਣ ਵਸੇ ਬੁੱਢੇ ਵਾਰੇ। ਏਕ ਬਰਖ ਜਬ ਬੀਤਿਓ ਕਾਲ। ਇਸ ਤਰ੍ਹਾਂ ਸਮਾਂ ਲੰਘਦਾ ਗਿਆ, ਇੱਕ ਵਰਾ ਜਦੋਂ ਪੂਰਾ ਹੋਇਆ ਹੈ, ਜਨਮ ਲੀਨ ਵੱਡ ਭਾਗ ਸੁਬਾਲ। ਤੇ ਉਹ ਸਮੇਂ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਬਾਲਕ ਬਾਬਾ ਭਾਈ ਭਗਤੂ ਜੀ ਨੇ ਜਨਮ ਲਿਆ। ਇਹਨਾਂ ਦੇ ਘਰ ਵਿੱਚ ਭਾਈ ਭਗਤੂ ਜੀ ਨਾਮੇ ਬਾਲਕ ਪੈਦਾ ਹੋਏ, ਬੜੇ ਭਾਗਾਂ ਵਾਲੇ। ਦੰਪਤ ਭਏ ਪ੍ਰਸੰਨ ਵਿਸਾਲ। ਦੋਵੇਂ ਪਤੀ ਪਤਨੀ ਬਹੁਤ ਖੁਸ਼ ਹੁੰਦੇ ਆ। ਗੁਰੂ ਕੋ ਸਿਮਰਹਿ ਸਰਧਾ ਨਾਲ। ਤੇ ਬੜੀ ਸ਼ਰਧਾ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਧੰਨ ਹੋ, ਆਪ ਧੰਨ ਹੋ, ਆਪ ਧੰਨ ਹੋ। ਐਂ ਦਿਨ ਰਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਦੇ ਆ, ਗੁਰੂ ਗਰੀਬ ਨਵਾਜ ਮਹਾਰਾਜ ਦੇ ਦਰ ਕਰਦੀਆਂ ਸਿਫਤਾਂ ਕਰਦੇ ਆ। ਇਸ ਤਰ੍ਹਾਂ ਇਹਨਾਂ ਦੇ ਘਰ ਬਾਲਕ ਨੇ ਜਨਮ ਲਿਆ। ਫਿਰ ਇਹਦਾ ਨਾਮ ਭਗਤੂ ਜੀ ਰੱਖਣਾ। ਸਮਾਂ ਪ੍ਰਾਪਤ ਕਰਕੇ ਜਦੋਂ ਫਿਰ ਇਹ ਵੱਡਾ ਹੁੰਦਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦਾ ਸਿੱਖ ਬਣਿਆ ਭਾਈ ਭਗਤੂ ਜੀ। ਬੇਅੰਤ ਸਿੱਖੀ ਵਧਾਈ ਤੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਵਰਦਾਨ ਸੀ ਗੁਰੂ ਰਾਮਦਾਸ ਮਹਾਰਾਜ ਦੀ ਵੀ ਸਾਡੀ ਭਗਤੀ ਦੀ ਅੰਸ਼ ਹੈ। ਜੋ ਵੀ ਮੁੱਖੋਂ ਬਚਨ ਕਰਦੇ ਸੀ ਫਿਰ ਭਾਈ ਭਗਤੂ ਜੀ ਉਹ ਸੱਚ ਹੁੰਦਾ ਸੀ। ਸੁੱਕਿਆਂ ਤਲਾਵਾਂ ਦੇ ਵਿੱਚ ਪਾਣੀ ਵਿਖਾ ਦਿੰਦੇ ਸੀ, ਐਡੇ ਜਿਹੜੇ ਵਾ ਕਰਾਮਾਤੀ ਤੇ ਬਲ ਵਾਲੇ ਬਾਬਾ ਭਗਤੂ ਜੀ ਹੋਏ ਆ। ਉਹ ਭਾਈ ਭਗਤੂ ਜੀ ਦੀ ਅੱਗੇ ਕਥਾ, ਇਹਨਾਂ ਦੀ ਸੇਵਾ, ਸਾਰਾ ਪ੍ਰਸੰਗ ਚੱਲੇਗਾ ਭਾਈ ਜਿਵੇਂ ਆਉਂਦਾ ਆਪਾਂ ਸੁਣਾਂਗੇ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੀ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਏਕ ਬਰਖ ਜਬ ਬੀਤਿਓ ਕਾਲ।
ਜਨਮ ਲੀਨ ਬਡ ਭਾਗ ਸੁਬਾਲੋ ਦੰਪਤ ਭਏ ਪ੍ਰਸੰਨ ਵਿਸ਼ਾਲੋ ਗੁਰੂ ਕੋ ਸਿਮਰਹਿ ਸਰਧਾ ਨਾਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖਾ ਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧੋ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ